ਸਤਿ ਸ਼੍ਰੀ ਅਕਾਲ ਜੀ। ਆਪਾਂ ਆਪਣੀ ਸੀਰੀਜ਼ ਨੂੰ ਰਿਜ਼ਿਊਮ ਕਰਦੇ ਹਾਂ ਜੀ। ਅੱਜ ਆਪਣਾ 3rd ਲੈਕਚਰ ਹੈ ਜਿਹਦੇ ਵਿੱਚ ਆਪਾਂ ਜੀਓਗ੍ਰਾਫੀ ਦੇ ਇੰਪੋਰਟੈਂਟ 10 MCQs ਡਿਸਕਸ ਕਰਨ ਲੱਗੇ ਹਾਂ। ਅੱਜ ਦੇ ਜਿਹੜੇ ਆਪਣੀ ਡਿਸਕਸ਼ਨ ਵੀਡੀਓ ਰਹੂਗੀ ਉਹ ਬ੍ਰੌਡਰ ਥੀਮਸ ਤੇ ਰਹੂਗੀ, ਜਿਵੇਂ ਕਿ ਆਪਾਂ ਗੱਲ ਕਰਾਂਗੇ ਅੱਜ ਲੈਟਸ ਸੇ ਟਾਈਡਸ ਬਾਰੇ ਆਪਾਂ ਗੱਲ ਕਰਨ ਵਾਲੇ ਹਾਂ। ਆਪਾਂ ਅਰਥ ਦੀ ਰੋਟੇਸ਼ਨ ਬਾਰੇ ਗੱਲ ਕਰਨ ਵਾਲੇ, ਇਹਦੇ ਰੈਵੋਲੂਸ਼ਨ ਬਾਰੇ ਗੱਲ ਕਰਨ ਵਾਲੇ ਹਾਂ। ਠੀਕ ਹੈ ਜੀ। ਤਾਂ ਇਸ ਦੇ ਨਾਲ ਨਾਲ ਆਪਾਂ ਇੱਕ ਇੰਪੋਰਟੈਂਟ ਕੰਸੈਪਟ ਡਿਸਕਸ ਕਰਾਂਗੇ ਜੋ ਕਿ ਟਾਈਡਲ ਲੌਕਿੰਗ ਦਾ ਕੰਸੈਪਟ ਹੈ। ਤਾਂ ਇਹ ਇੰਪੋਰਟੈਂਟ ਕੰਸੈਪਟ ਨੇ ਜਿਨ੍ਹਾਂ ਤੋਂ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਲੈਟਸ ਸਟਾਰਟ ਵਿਦ ਦ ਫਰਸਟ ਕੁਐਸਚਨ ਦੈਟ ਵੀ ਹੈਵ। ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਅਬਾਊਟ ਸਪ੍ਰਿੰਗ ਟਾਈਡਸ ਐਂਡ ਨੀਪ ਟਾਈਡਸ। ਦੋ ਟਾਈਪ ਦੀ ਟਾਈਡਸ ਨੇ ਜੀ, ਸਪ੍ਰਿੰਗ ਟਾਈਡਸ ਐਂਡ ਨੀਪ ਟਾਈਡਸ, ਉਹਨਾਂ ਬਾਰੇ ਕੁਐਸਚਨ ਹੈ। The first statement says spring tides occur during new moon and full moon phases when sun, moon, and earth are aligned, resulting in the highest high tides and lowest low tides. ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਟਾਈਡਸ ਆ ਕਿਵੇਂ ਰਹੀਆਂ। ਟਾਈਡਸ ਪ੍ਰਾਇਮਰੀਲੀ ਦੋ ਚੀਜ਼ਾਂ ਕਰਕੇ ਉਰੇ ਬਣਦੀਆਂ। ਇੱਕ ਹੈਗਾ ਗ੍ਰੈਵਿਟੇਸ਼ਨਲ ਪੁੱਲ ਐਂਡ ਦ ਅਦਰ ਪਾਰਟ ਇਜ਼ that is very important, ਸੈਂਟਰੀਫਿਊਗਲ ਫੋਰਸ। ਸੈਂਟਰੀਫਿਊਗਲ ਫੋਰਸ ਕਿਸ ਚੀਜ਼ ਦੀ? ਸੈਂਟਰੀਫਿਊਗਲ ਫੋਰਸ ਸਨ ਦੀ ਨਹੀਂ, ਸੈਂਟਰੀਫਿਊਗਲ ਫੋਰਸ ਮੂਨ ਦੀ ਨਹੀਂ। ਇਹ ਇੱਕ ਕਾਮਨ ਜੋ ਸਿਸਟਮ ਬਣਦਾ ਹੈ ਅਰਥ ਤੇ ਮੂਨ ਦਾ, ਉਸ ਕਾਮਨ ਸਿਸਟਮ ਦੀ ਸੈਂਟਰੀਫਿਊਗਲ ਫੋਰਸ ਹੈ। ਕਿਉਂਕਿ ਦੋਨੋਂ ਸਿਸਟਮਸ ਅਰਥ ਤੇ ਮੂਨ ਜਿਹੜੇ ਹੈਗੇ ਕਾਮਨ ਸਿਸਟਮ ਬਣਾਉਂਦੇ, ਸਿੰਗਲ ਸਿਸਟਮ ਬਣਾਉਂਦੇ, ਅਰਥ ਐਂਡ ਮੂਨ ਇੱਕ ਸਿੰਗਲ ਸਿਸਟਮ ਬਣਾ ਕੇ ਇੱਕ ਸਿੰਗਲ ਸੈਂਟਰ ਆਫ ਮਾਸ ਦੇ ਅਰਾਊਂਡ ਘੁੰਮ ਰਹੇ ਹੁੰਦੇ ਜੀ, ਜਿਹਨੂੰ ਆਪਾਂ ਬੈਰੀ ਸੈਂਟਰ ਕਹਿੰਦੇ। ਇਹਨੂੰ ਆਪਾਂ ਆਪਣੀ ਕਲਾਸਿਸ ਵਿੱਚ ਬੜੇ ਹੀ ਡਿਟੇਲਡ ਵੇ ਨਾਲ ਆਪਾਂ ਕਵਰ ਕੀਤਾ ਹੋਇਆ। ਤਾਂ ਉਹਦੇ ਕਰਕੇ ਜੋ ਸੈਂਟਰੀਫਿਊਗਲ ਫੋਰਸ ਬਣ ਰਹੀ ਹੈ ਉਹ ਉਰੇ ਟਾਈਡ ਕ੍ਰੀਏਟ ਕਰਦੀ ਹੈ ਔਨ ਦੀ ਆਪੋਜ਼ਿਟ ਸਾਈਡ। ਔਨ ਦੀ ਵਨ ਸਾਈਡ ਤੁਹਾਨੂੰ ਗ੍ਰੈਵਿਟੇਸ਼ਨ ਪੁੱਲ ਕਰਕੇ ਟਾਈਡ ਬਣਦੀ ਦਿਖ ਸਕਦੀ ਹੈ, ਪਰ ਦੀ ਆਪੋਜ਼ਿਟ ਸਾਈਡ ਜਿਹੜੀ ਟਾਈਡ ਬਣਦੀ ਹੈ ਉਹ ਸੈਂਟਰੀਫਿਊਗਲ ਫੋਰਸ ਕਰਕੇ ਬਣਦੀ ਹੈ ਅਰਥ ਤੇ ਮੂਨ ਦੇ ਕਾਮਨ ਜਿਹੜਾ ਸੈਂਟਰ ਤੁਹਾਡਾ ਬੈਰੀ ਸੈਂਟਰ ਆਉਂਦਾ ਉਹਦੇ ਕਰਕੇ ਬਣਦੀ ਹੈ। ਨੈਕਸਟ ਚਲੋ ਹੁਣ ਆਪਾਂ ਇਸ ਤੇ ਗੱਲ ਕਰਦੇ ਹਾਂ। ਸਪ੍ਰਿੰਗ ਟਾਈਡਸ ਅਕਰ ਡਿਊਰਿੰਗ ਨਿਊ ਮੂਨ ਐਂਡ ਫੁੱਲ ਮੂਨ। ਹੁਣ ਨਿਊ ਮੂਨ ਤੇ ਫੁੱਲ ਮੂਨ ਕਦੋਂ ਹੁੰਦਾ? ਨਿਊ ਮੂਨ ਤੇ ਫੁੱਲ ਮੂਨ ਦਾ ਕੰਸੈਪਟ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ। ਜਦੋਂ ਆਪਾਂ ਦੇਖਦੇ ਹਾਂ ਲੈਟਸ ਸੇ ਦਿਸ ਇਜ਼ ਅਰਥ ਐਂਡ ਦੈਨ ਆਈ ਐਮ ਡਰਾਇੰਗ 4 phases ਆਫ ਮੂਨ। ਹੁਣ ਇਹ ਵੀ ਆਪਾਂ ਜਾਣਦੇ ਹਾਂ ਕਿ ਮੂਨ ਦੀ ਆਪਣੀ ਕੋਈ ਲਾਈਟ ਨਹੀਂ ਹੈਗੀ, ਠੀਕ ਹੈ। ਜਿਹੜੀ ਲਾਈਟ ਇਹਦੇ ਸਰਫੇਸ ਤੇ ਰਿਫਲੈਕਟ ਹੁੰਦੀ ਹੈ ਸਨ ਦੀ, ਉਹ ਆਪਾਂ ਨੂੰ ਮੂਨ ਦੀ ਲਾਈਟ ਦੇ ਤੌਰ ਤੇ ਦਿਖ ਜਾਂਦੀ ਹੈ। ਕਲੀਅਰ ਹੈ ਜੀ। ਤਾਂ ਜਦੋਂ ਆਪਾਂ ਨਿਊ ਮੂਨ ਤੇ ਫੁੱਲ ਮੂਨ ਦੀ ਗੱਲ ਕਰਦੇ ਹਾਂ ਤਾਂ ਆਪਾਂ ਇਸ ਦੀ ਗੱਲ ਕਰ ਰਹੇ ਹਾਂ। ਦੇਖੋ ਦਿਸ ਇਜ਼ ਨਿਊ ਮੂਨ ਐਂਡ ਦਿਸ ਇਜ਼ ਫੁੱਲ ਮੂਨ। ਤਾਂ ਇਹ ਕਹਿ ਰਹੇ ਸਪ੍ਰਿੰਗ ਟਾਈਡਸ ਜਿਹੜੀ ਹੈਗੀ ਹੈ ਡਿਊਰਿੰਗ ਨਿਊ ਮੂਨ ਐਂਡ ਫੁੱਲ ਮੂਨ ਫੇजेस व्हेन सन मून एंड अर्थ आर अलाइंड रिजल्ट्स इन हाईएस्ट हाई टाइड्स। यानी कि हाई टाइड ਦੀ ਜਿਹੜੀ ਹਾਈਟ ਹੈ ਉਹ ਹਾਈਐਸਟ ਹੋਊਗੀ ਉਸ ਟਾਈਮ ਤੇ ਜਿਹੜੀ ਲੋ ਟਾਈਡ ਹੈ, ਜੇ ਮੰਨ ਲਓ ਆਪਾਂ ਉਰੇ ਗੱਲ ਕਰ ਰਹੇ ਹਾਂ ਹਾਈ ਟਾਈਡ ਕਿੱਥੇ ਆਊਗੀ? ਉਰੇ ਆਊਗੀ, ਉਰੇ ਆਊਗੀ। ਉਰੇ ਜਿਹੜੀ ਹਾਈ ਟਾਈਡ ਦੀ ਹਾਈਟ ਹੈ ਉਹ ਵਧੂਗੀ, ਹਾਈਐਸਟ ਹੋਊਗੀ ਇਸ ਟਾਈਮ ਤੇ, ਦੈਟ ਇਜ਼ ਸਪ੍ਰਿੰਗ ਟਾਈਡ। ਐਂਡ ਜਿਹੜੀ ਲੋ ਟਾਈਡ ਜੋ ਕਿ ਇਸ ਸਾਈਡ ਆਣੀ ਹੈ ਤੇ ਇਸ ਸਾਈਡ ਆਣੀ ਹੈ, ਮੰਨ ਲਓ ਆਪਾਂ ਮੂਨ ਉਰੇ ਮੰਨ ਰਹੇ ਹਾਂ ਆਪਾਂ, ਤਾਂ ਕਰਕੇ ਉਰੇ ਜਿਹੜੀ ਟਾਈਡ ਆਊਗੀ ਤਾਂ ਉਹ ਕੀ ਹੋਊਗੀ? ਲੋ ਟਾਈਡ। ਉਰੇ ਕੀ ਆਊਗੀ? ਲੋ ਟਾਈਡ। ਤਾਂ ਉਰੇ ਸਪ੍ਰਿੰਗ ਟਾਈਡ ਦੇ ਵਿੱਚ ਕੀ ਹੋਣਾ ਜੀ? ਹਾਈਐਸਟ ਹਾਈ ਟਾਈਡ ਐਂਡ ਲੋਐਸਟ ਲੋ ਟਾਈਡ। ਦਿਸ ਸਟੇਟਮੈਂਟ ਇਜ਼ ਕਰੈਕਟ। ਸੈਕਿੰਡ ਹੈ ਜੀ ਨੀਪ ਟਾਈਡ। ਨੀਪ ਟਾਈਡ ਕਦੋਂ ਹੋਣੀ ਹੈ? ਨੀਪ ਟਾਈਡ ਬਾਰੇ ਸਟੇਟਮੈਂਟ ਕਹਿ ਰਹੀ ਹੈ ਕਿ ਇਟ ਅਕਰਸ ਡਿਊਰਿੰਗ ਨਿਊ ਮੂਨ ਐਂਡ ਫੁੱਲ ਮੂਨ ਫੇजेस। यानी कि जो स्टेटमेंट 1 कह रही है ਉਸੇ ਨੂੰ ਹੀ ਇਹ ਰਿਪੀਟ ਕਰ ਰਹੀ ਹੈ। ਹੁਣੇ ਆਪਾਂ ਕਵਰ ਕੀਤਾ ਸਪ੍ਰਿੰਗ ਟਾਈਡ ਜਿਹੜੀ ਹੈਗੀ ਹੈ ਉਹ ਹੁੰਦੀ ਹੈ ਨਿਊ ਮੂਨ ਤੇ ਫੁੱਲ ਮੂਨ ਦੇ ਵੇਲੇ। ਜਿਹੜੀ ਨੀਪ ਟਾਈਡ ਹੁੰਦੀ ਹੈ ਉਹ ਹੁੰਦੀ ਹੈ ਜਦੋਂ ਅਰਥ, ਮੂਨ ਤੇ ਸਨ ਕੁਝ ਇਸ 90 ਡਿਗਰੀ ਦੇ ਓਰੀਐਂਟੇਸ਼ਨ 'ਚ ਹੁੰਦੇ ਆ ਜੀ। ਆ ਦੇਖੋ ਤਾਂ ਉਰੇ ਕੀ ਹੁੰਦਾ? ਗ੍ਰੈਵਿਟੇਸ਼ਨ ਇਨਫਲੂਐਂਸ ਜਿਹੜਾ ਹੁੰਦਾ ਸਨ ਤੇ ਮੂਨ ਦਾ ਸੇਮ ਡਾਇਰੈਕਸ਼ਨ 'ਚ ਨਹੀਂ ਹੁੰਦਾ ਹੈਗਾ, ਉਹ ਕੈਂਸਲ ਆਊਟ ਹੋਣਾ ਸ਼ੁਰੂ ਹੋ ਜਾਂਦਾ। ਨੀਪ ਟਾਈਡ ਦੇ ਵੇਲੇ ਕੀ ਹੋਣਾ ਹੈ ਕਿ ਜਿਹੜੇ ਥੋੜੀ ਹਾਈ ਟਾਈਡ ਆਣੀ ਹੈ ਨਾ ਉਹ ਓਨੀ ਹਾਈਟ ਤੇ ਨਹੀਂ ਆਉਂਦੀ ਜਿੰਨੀ ਨਾਰਮਲ ਹੁੰਦੀ। ਤੇ ਸਿਮਿਲਰਲੀ ਜਿਹੜੀ ਥੋੜੀ ਲੋ ਟਾਈਡ ਹੁੰਦੀ ਹੈ ਉਹਦੀ ਵੀ ਕੋਈ ਨਾ ਕੋਈ ਤੁਹਾਨੂੰ ਉਹਦੀ ਹਾਈਟ ਦਿਖ ਜੂਗੀ, ਓਨੀ ਲੋ ਉਹ ਵੀ ਨਹੀਂ ਦਿਖੂਗੀ। ਤਾਂ ਇਹ ਐਵੇਂ ਜਦੋਂ ਓਰੀਐਂਟੇਸ਼ਨ ਹੋਣੀ ਹੈ ਇਸ 90 ਡਿਗਰੀ ਦੀ ਫਾਰਮ ਵਿੱਚ ਓਰੀਐਂਟੇਸ਼ਨ ਜਦੋਂ ਹੋਣੀ ਹੈ ਉਦੋਂ ਨੀਪ ਟਾਈਡ ਬਣਦੀ। ਸੋ ਦ ਕਰੈਕਟ ਆਂਸਰ ਇਨ ਦਿਸ ਕੇਸ ਇਜ਼ ਇਨਕਰੈਕਟ ਪੁੱਛਿਆ ਇਹਨਾਂ ਨੇ। So, which of the following statements given above is are incorrect? The answer is 2 only. Let's move on to the second question. Consider the following statements about the Earth's rotation. Earth rotates from west to east on its axis.
यानी कि अर्थ कुछ इस तरीके ਨਾਲ ਰੋਟੇਟ ਕਰ ਰਹੀ ਹੈ ਵੈਸਟ ਟੂ ਈਸਟ। ਆਹੀ ਆਪਾਂ ਗੱਲ ਕੀਤੀ ਸੀਗੀ ਕਿ ਐ ਜਿਵੇਂ ਆਪਾਂ ਲੈਟਸ ਸੇ ਉੱਤੋਂ ਦੇਖੀਏ, ਠੀਕ ਹੈ, ਵੀ ਵਿਊ ਫਰੋਮ ਦ ਨਾਰਥ ਪੋਲ, ਤਾਂ ਆਪਾਂ ਨੂੰ ਐ ਲੱਗਦਾ ਕਿ ਕਾਊਂਟਰ ਕਲੌਕਵਾਈਜ਼ ਚੱਲ ਰਹੀ ਹੈ, ਕਾਊਂਟਰ ਕਲੌਕਵਾਈਜ਼ ਐ ਹੁੰਦਾ, ਕਾਊਂਟਰ ਕਲੌਕਵਾਈਜ਼ ਐ ਹੁੰਦਾ। ਸੋ ਅਰਥ ਰੋਟੇਟ ਫਰੋਮ ਵੈਸਟ ਟੂ ਈਸਟ ਔਨ ਇਟਸ ਐਕਸਿਸ, causing the sun to appear to rise in the east and set in the west। ਹੁਣ ਇਸ ਨੂੰ ਜ਼ਰਾ ਐਨਾਲਾਈਜ਼ ਕਰੋ ਸਟੇਟਮੈਂਟ ਨੂੰ। ਇਮੈਜਿਨ ਕਰੋ ਕਿ ਤੁਹਾਡੇ ਸਾਹਮਣੇ ਜਿਹੜੀ ਵੀਡੀਓ ਚੱਲ ਰਹੀ ਹੈ ਉਹ ਲੈਟਸ ਸੇ ਉਹ ਜਿਹੜੀ ਹੈਗੀ ਹੈ ਉਹ ਹੈਗਾ ਸਨ ਤੁਹਾਡੇ ਸਾਹਮਣੇ ਹੈ, ਤੇ ਉਰੇ ਅਰਥ ਹੈ ਕੁਝ ਇਸ ਤਰੀਕੇ ਨਾਲ ਰੋਟੇਟ ਕਰ ਰਹੀ ਹੈ, ਵੈਸਟ ਟੂ ਈਸਟ ਜਾ ਰਹੀ ਹੈ ਐਵੇਂ। ਤਾਂ ਜਿਹੜਾ ਇਹ ਪੁਆਇੰਟ ਹੋਊਗਾ ਇਹਨੂੰ ਸਭ ਤੋਂ ਪਹਿਲਾਂ ਸਨ ਐਕਸਪੀਰੀਅੰਸ ਹੋਣਾ, ਤੇ ਉਸ ਤੋਂ ਬਾਅਦ ਕੁਝ ਇਸ ਤਰੀਕੇ ਨਾਲ ਇਹਨੇ ਮੂਵ ਕਰਨਾ, ਤਾਂ ਇਹਨੂੰ ਲੱਗੂਗਾ ਐਪਰੈਂਟ ਮੋਸ਼ਨ ਜਿਹੜਾ ਹੈਗਾ ਸਨ ਦਾ ਉਹ ਈਸਟ ਟੂ ਵੈਸਟ ਹੈ। ਆ ਦੇਖੋ, ਤਾਂ ਹੀ ਆਪਾਂ ਕਹਿੰਦੇ ਕਿ ਸਨ ਰਾਈਜ਼ਸ ਇਨ ਦ ਈਸਟ ਐਂਡ ਸੈਟਸ ਇਨ ਦੀ ਵੈਸਟ। ਹਾਲਾਂਕਿ ਸਨ ਕਿਤੇ ਨਹੀਂ ਜਾ ਰਿਹਾ ਹੈਗਾ, ਇਟਸ ਦੀ ਅਰਥ ਵਿਚ ਇਜ਼ rotating in this direction. So the first statement is correct. Then comes the sidereal day, which is the time for one complete rotation relative to distant star is longer than the mean solar day। ਹੁਣ ਇਹਦੇ ਵਿੱਚ sidereal day ਤੇ solar day ਦਾ concept ਆ ਗਿਆ ਜੀ। ਇਹਦੇ ਵਿੱਚ ਕੀ ਹੈ, ਲੈਟਸ ਸੇ ਆਪਾਂ ਗੱਲ ਕਰ ਰਹੇ ਹਾਂ ਕਿ ਅਰਥ ਰੋਟੇਟ ਕਰਦੀ ਹੈ, ਅਰਥ ਰੋਟੇਟ ਵੀ ਕਰ ਰਹੀ ਹੈ ਤੇ ਅਰਥ ਰਿਵੋਲਵ ਵੀ ਕਰ ਰਹੀ ਹੈ। when I'm talking about rotation, I'm talking about this motion, earth is rotating, and when I'm talking about revolution, I'm saying कि earth is revolving around the sun। ਤਾਂ ਇਹ ਦੋਨੋਂ ਮੋਸ਼ਨ ਇਕੱਠੇ ਚੱਲ ਰਹੇ ਹਨ। ਰਿਵੋਲਵ ਪੂਰਾ ਕਰ ਰਹੀ ਹੈ 365.25 ਡੇਜ਼ ਦੇ ਵਿੱਚ ਪੂਰਾ ਰਿਵੋਲੂਸ਼ਨ ਕੰਪਲੀਟ ਕਰ ਰਹੀ ਹੈ। ਜਿਹੜੀ ਰੋਟੇਸ਼ਨ ਹੈ ਉਹ ਆਪਾਂ ਲਗਭਗ ਕਹਿੰਦੇ, ਲਗਭਗ 24 ਆਵਰਸ ਕਹਿੰਦੇ। ਜਿਹੜਾ ਲਗਭਗ ਵਾਲਾ ਟਾਈਮ ਹੈ ਉਹ ਤੁਹਾਡਾ ਹੈਗਾ ਮੇਨ ਸੋਲਰ ਡੇ ਦਾ ਟਾਈਮ, ਠੀਕ ਹੈ ਜੀ। ਆਪਾਂ ਸਿਡਰਲ ਡੇ ਦੀ ਆਪਾਂ ਗੱਲ ਕਰੀਏ, ਸਿਡਰਲ ਡੇ ਇਹ ਸਿੰਪਲ ਹੈ ਕਿ ਸਿਡਰਲ ਡੇ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਇੱਕ ਪੂਰੀ ਰੋਟੇਸ਼ਨ ਅਰਥ ਦੀ, ਦੈਟ ਇਜ਼ 23 ਆਵਰਸ ਐਂਡ 56 ਮਿੰਟਸ ਪਲੱਸ ਕੁਝ ਸੈਕਿੰਡਸ, ਦੈਟ ਇਜ਼ ਸਿਡਰਲ ਡੇ। ਅਰਥ ਨੇ ਪੂਰਾ ਚੱਕਰ ਕੱਟਤਾ। ਬਟ ਜਦੋਂ ਆਪਾਂ ਮੇਨ ਸੋਲਰ ਡੇ ਦੀ ਗੱਲ ਕਰਦੇ ਹਾਂ ਤਾਂ ਆਪਾਂ ਥੋੜਾ ਜਿਹਾ ਪਾਰਟ ਐਕਸਟਰਾ ਇਹਦੇ ਵਿੱਚ ਐਡ ਕਰਦੇ ਹਾਂ, 4 ਮਿੰਟ ਆਪਾਂ ਐਕਸਟਰਾ ਐਡ ਕਰਦੇ ਹਾਂ। ਉਹ 4 ਮਿੰਟ ਐਕਸਟਰਾ ਕਿਹੜੇ ਹੁੰਦੇ ਆ ਜੀ, ਕਿਉਂਕਿ ਆਹ ਦੇਖੋ ਨਾ, ਜੇ ਆਪਾਂ ਸੈਂਟਰ ਦੇ ਵਿੱਚ ਸਨ ਲਿਆ, ਓਵਰ ਹੇਅਰ ਅਰਥ ਇਜ਼ ਰੋਟੇਟਿੰਗ, ਅਰਥ ਰੋਟੇਟ ਵੀ ਕਰ ਰਹੀ ਹੈ ਨਾਲ ਦੀ ਨਾਲ ਥੋੜਾ ਜਿਹਾ ਰਿਵੋਲਵ ਵੀ ਕਰ ਰਹੀ ਹੈ। ਯਾਨੀ ਕਿ ਜੋ ਪਿਛਲੇ ਦਿਨ ਅਰਥ ਤੇ ਜਿਹੜਾ ਸਨ ਸੀਗਾ, ਜੇ ਉਹ ਇੱਕ ਲਾਈਨ ਵਿੱਚ ਆਏ ਹੋਏ ਸੀਗੇ, ਦੁਬਾਰਾ ਉਸੇ ਪੁਆਇੰਟ ਤੇ ਆਉਣ ਵਾਸਤੇ, ਦੁਬਾਰਾ ਸਨ ਨੂੰ ਉਸੇ ਪੁਆਇੰਟ ਤੇ ਹੀਟ ਦੇਣ ਵਾਸਤੇ, ਉਸੇ ਪੁਆਇੰਟ ਤੇ ਆਸਮਾਨ ਚ ਆਉਣ ਵਾਸਤੇ ਅਰਥ ਦੇ, ਠੀਕ ਹੈ, ਕਿੰਨਾ ਟਾਈਮ ਐਕਸਟਰਾ ਲੱਗ ਰਿਹਾ ਅਰਥ ਨੂੰ ਐਕਸਟਰਾ ਟਾਈਮ ਉਹ ਲੱਗ ਰਿਹਾ ਜੋ ਉਹ ਐਕਸਟਰਾ ਕੁਝ ਰਿਵੋਲਵ ਕਰਨ ਵਾਸਤੇ 4 ਮਿੰਟ ਐਕਸਟਰਾ ਲੈ ਰਹੀ ਹੈ। ਕਿਉਂ? ਕਿਉਂਕਿ ਰੈਵੋਲੂਸ਼ਨ ਵੀ ਨਾਲ ਜਾ ਰਹੀ ਹੈ ਤਾਂ ਉਹਨੂੰ ਐਕਸਟਰਾ ਥੋੜਾ ਜਿਹਾ ਘੁੰਮਣਾ ਵੀ ਪੈ ਰਿਹਾ। ਤਾਂ ਦੈਟ ਮੀਨਸ ਸੋਲਰ ਡੇ। ਸਿਡਰਲ ਡੇ ਸਿੰਪਲ ਹੈ ਕਿ ਆਪਣੀ ਐਕਸਿਸ ਤੇ ਰੋਟੇਟ ਕਰ ਰਹੀ ਹੈ, ਜੋ ਕਿ 23 ਆਵਰਸ 56 ਮਿੰਟਸ ਪਲੱਸ ਕੁਝ ਸੈਕਿੰਡਸ ਹੁੰਦਾ ਹੈ। ਬਟ ਔਨ ਦੀ ਅਦਰ ਹੈਂਡ ਆਪਾਂ 4 ਮਿੰਟ ਦਾ ਜਿਹੜਾ ਆਪਣਾ ਇਹ ਗੈਪ ਬਣਦਾ ਉਹ ਇਸ ਲਈ ਬਣਦਾ ਜਿਹੜਾ ਸੋਲਰ ਡੇ ਦੇ ਵਿੱਚ ਕਿ ਉਰੇ ਕੁਝ ਰਿਵੋਲਵ ਵੀ ਕਰ ਰਹੀ ਹੈ, ਤਾਂ ਅੱਗੇ ਦਾ ਮੋਸ਼ਨ ਵੀ ਆ ਰਿਹਾ ਉਹਦਾ, ਤਾਂ ਉਸ ਨੂੰ ਕੰਪਨਸੇਟ ਕਰਨ ਵਾਸਤੇ ਥੋੜਾ ਜਿਹਾ ਹੋਰ ਘੁੰਮਣਾ ਪੈ ਰਿਹਾ, ਉਸ ਚੀਜ਼ ਥੋੜਾ ਹੋਰ ਘੁੰਮਣਾ ਪੈ ਰਿਹਾ, ਦੈਟ ਇਜ਼ extra 4 minutes, ਔਰ ਉਹਨੂੰ ਆਪਾਂ ਕਹਿ ਰਹੇ ਹਾਂ mean solar day। So the statement says sidereal day, which is the time for one complete rotation relative to distant star, is longer than the mean solar day। The answer is no, it's shorter than that। Third option, over long geological time scales, Earth's rotation rate is gradually speeding up due to tidal interactions with the moon। This statement is also incorrect। In fact, ਜਿਹੜਾ ਅਰਥ ਦਾ ਰੋਟੇਸ਼ਨ ਰੇਟ ਹੈ, ਇਟ ਇਜ਼ ਗੈਟਿੰਗ ਸਲੋ ਡਾਊਨ। ਕਿਉਂ? ਕਿਉਂਕਿ ਸਾਹਮਣੇ ਇੱਕ ਮੂਨ ਹੈ, ਮੂਨ ਦੇ ਨਾਲ ਗ੍ਰੈਵਿਟੇਸ਼ਨਲ ਇੰਪੈਕਟ ਜਿਹੜਾ ਹੋ ਰਿਹਾ, ਇੰਟਰੈਕਸ਼ਨ ਹੋ ਰਹੀ ਹੈ, ਉਹਦੇ ਕਰਕੇ ਜਿਹਨੂੰ ਆਪਾਂ ਕਹਿੰਦੇ ਟਾਈਡਲ ਇੰਟਰੈਕਸ਼ਨ ਕਰਕੇ ਕੀ ਹੋ ਰਿਹਾ, ਅਰਥ ਜਿਹੜੇ ਰੋਟੇਸ਼ਨ ਦੀ ਸਪੀਡ ਹੈ ਉਹ ਘਟਦੀ ਜਾ ਰਹੀ, ਥੋੜੀ ਸਲੋ ਹੁੰਦੀ ਜਾ ਰਹੀ ਹੈ। ਸੋ ਸਟੇਟਮੈਂਟ ਸੀ ਜਿਹੜੀ ਹੈਗੀ ਹੈ ਉਹ ਵੀ ਇਨਕਰੈਕਟ ਹੈ ਜੀ, ਕਿਉਂਕਿ ਇਟ ਇਜ਼ ਟਾਕਿੰਗ ਅਬਾਊਟ ਸਪੀਡਿੰਗ ਅਪ, ਇਟਸ ਨਾਟ ਸਪੀਡਿੰਗ ਅਪ, ਇਟ ਇਜ਼ ਸਲੋਇੰਗ ਡਾਊਨ। Last statement, the Coriolis effect resulting from Earth's rotation causes moving objects like projectiles to deflect towards right in the northern hemisphere and towards left in the southern hemisphere। So ਇਹ Coriolis force ਨਾਲ ਲਿੰਕਡ ਹੈ ਜੀ, ਤੇ ਇਹਦੇ ਬਾਰੇ ਤੁਹਾਨੂੰ ਮਤਲਬ ਜਿਹੜੇ ਰੈਗੂਲਰ ਰਿਵੀਜ਼ਨ ਕਰਦੇ ਰਹਿੰਦੇ ਉਹਨਾਂ ਨੂੰ ਪਤਾ ਹੁੰਦਾ ਕਿ ਹਾਂ ਆਪਾਂ ਪਲੈਨੇਟਰੀ ਵਿੰਡਸ ਦੇ ਵਿੱਚ ਵੀ ਇਸ ਨੂੰ ਲੈ ਕੇ ਆਉਂਦੇ ਹਾਂ, ਹੈ ਨਾ। ਤਾਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਆਪਾਂ ਨਦਰਨ ਹੈਮੀਸਫੇਅਰ ਦੇ ਵਿੱਚ ਗੱਲ ਕਰਦੇ ਹਾਂ ਤਾਂ ਇਹ ਕੋਰਿਓਲਿਸ ਇਫੈਕਟ ਕਰਕੇ ਕੀ ਹੁੰਦਾ, ਜਿਹੜੀ ਤੁਹਾਡੀ ਪ੍ਰੋਜੈਕਟਾਈਲ ਹੈ, ਚਾਹੇ ਵਿੰਡ ਹੈ ਜਾਂ ਕੋਈ ਵਾਟਰ ਮੂਵਮੈਂਟ ਵੀ ਹੋ ਰਹੀ ਹੈ, ਉਹਦੀ ਜਿਹੜੀ ਮੋਸ਼ਨ ਹੁੰਦੀ ਹੈ ਉਹ ਟੂਵਰਡਸ ਰਾਈਟ ਸ਼ਿਫਟ ਹੋ ਜਾਂਦੀ ਹੈ, ਐਂਡ ਇਨ ਕੇਸ ਆਫ
ਸਦਰਨ ਹੈਮੀਸਫੇਅਰ ਉਹ ਟੂਵਰਡਸ ਲੈਫਟ ਸ਼ਿਫਟ ਹੁੰਦੀ ਹੈ। ਫਰਜ਼ ਕਰੋ ਲੈਟਸ ਸੇ ਨਦਰਨ ਹੈਮੀਸਫੇਅਰ ਦੀ ਗੱਲ ਲੈ ਰਹੇ ਹਾਂ ਆਪਾਂ, ਇਹ 0 ਡਿਗਰੀ ਇਕੁਏਟਰ ਹੋ ਗਿਆ। ਮੰਨ ਲਓ ਇੱਥੋਂ ਕੋਈ ਹਵਾ ਦੇ ਪਾਰਟੀਕਲਸ ਚੱਲਣਾ ਸ਼ੁਰੂ ਹੋਏ ਟੂਵਰਡਸ ਇਕੁਏਟਰ, then they will reflect towards right। ਆ ਦੇਖੋ, they will deflect towards right, they will deflect towards right because of Coriolis effect। Similarly southern pole ਦੀ ਗੱਲ ਕਰੀਏ, southern hemisphere ਦੀ ਗੱਲ ਕਰੀਏ, ਇੱਥੋਂ ਕੋਈ ਹਵਾ ਦੇ ਪਾਰਸਲ ਹੈ which are moving towards equator, how will they deflect? They will deflect towards left, they will deflect towards left, they will deflect towards the left hand side। So this statement is correct, this is incorrect, this is incorrect, this is correct। So we have two statements which are correct and two are incorrect. The answer is B। Next, consider the following statements about Earth's axial tilt। Axial tilt ਦੀ ਗੱਲ ਹੋ ਰਹੀ ਹੈ, ਆਪਾਂ ਅਰਥ ਦੀ ਜਦੋਂ ਗੱਲ ਕਰਦੇ ਹਾਂ ਆਪਾਂ ਕਹਿੰਦੇ ਹਾਂ ਕਿ ਇਹ ਨਾ ਕੁਝ ਐਕਸਿਸ ਤੇ ਟਿਲਟਡ ਹੈ। ਇਹ ਅਰਥ ਦਾ ਨਾਰਥ ਪੋਲ ਹੈ, ਇਹ ਸਾਊਥ ਪੋਲ ਹੈ। ਕੁਝ ਇਸ ਤਰੀਕੇ ਨਾਲ ਐ ਘੁੰਮ ਨਹੀਂ ਰਹੀ, ਇਹ ਕੁਝ ਇਸ ਤਰੀਕੇ ਨਾਲ ਘੁੰਮ ਰਹੀ ਹੈ, ਕੁਝ ਐਂਗਲ ਤੇ ਘੁੰਮ ਰਹੀ ਹੈ। ਉਸੇ ਐਕਸੀਅਲ ਟਿਲਟ ਦੀ ਆਪਾਂ ਗੱਲ ਕਰਨ ਵਾਲੇ। ਅਰਥਸ ਐਕਸੀਅਲ ਟਿਲਟ ਆਲਸੋ ਨੋਨ ਐਸ ਓਬਲਿਕੁਇਟੀ ਇਜ਼ ਦ ਐਂਗਲ ਬਿਟਵੀਨ ਇਟਸ ਰੋਟੇਸ਼ਨਲ ਐਕਸਿਸ। ਰੋਟੇਸ਼ਨਲ ਐਕਸਿਸ ਆਹ ਨੇ ਇਹਦੀਆਂ, ਜਿੱਥੇ ਨਾਰਥ ਪੋਲ ਤੇ ਸਾਊਥ ਪੋਲ ਇਹਦੇ ਅਰਾਊਂਡ ਅਰਥ ਰੋਟੇਟ ਕਰ ਰਹੀ ਹੈ। ਐਂਗਲ ਬਿਟਵੀਨ ਰੋਟੇਸ਼ਨਲ ਐਕਸਿਸ ਐਂਡ ਦ ਲਾਈਨ ਪਰਪੈਂਡੀਕੂਲਰ ਟੂ ਦ ਆਰਬਿਟਲ ਪਲੇਨ। ਆਰਬਿਟਲ ਪਲੇਨ ਕਿਹੜਾ, ਜਿਸ ਪਲੇਨ ਦੇ ਵਿੱਚ ਇਹ ਰਿਵੋਲਵ ਕਰ ਰਹੀ ਹੈ ਅਰਾਊਂਡ ਦੀ ਸਨ, ਅਰਾਊਂਡ ਦੀ ਸਨ। ਆਹ ਇਹਦਾ ਆਰਬਿਟਲ ਪਲੇਨ ਹੈ। ਤਾਂ ਜੇ ਮੈਂ ਇਹਨੂੰ ਪਲੇਨ ਮੰਨ ਲੂੰਗਾ, ਆ ਦੇਖੋ ਇਹ ਪਲੇਨ ਮੰਨ ਲਿਆ, ਇਹਦੇ 90 ਡਿਗਰੀ ਇੱਕ ਮੈਂ ਇੱਕ ਲਾਈਨ ਡਰਾ ਕਰ ਲਈ, ਇਸ ਪਲੇਨ ਦੇ 90 ਡਿਗਰੀ ਐਂਡ ਦ ਲਾਈਨ ਪਰਪੈਂਡੀਕੂਲਰ ਟੂ ਇਟਸ ਆਰਬਿਟਲ ਪਲੇਨ। ਹੁਣ ਇਹ 90 ਡਿਗਰੀ ਵਾਲੀ ਲਾਈਨ ਦੇ ਨਾਲ ਨਾ ਜਿਹੜੀ ਆਪਣੀ ਰੋਟੇਸ਼ਨਲ ਐਕਸਿਸ ਹੈ ਉਹ 23.5 ਡਿਗਰੀ ਦਾ ਐਂਗਲ ਬਣਾ ਰਹੀ ਹੈ। ਇਸ ਤਰੀਕੇ ਨਾਲ ਕੁਝ ਅਰਥ ਰੋਟੇਟ ਕਰਦੀ ਹੈ ਜੀ, ਰਾਈਟ। ਸੋ ਦ ਸਟੇਟਮੈਂਟ 1 ਇਜ਼ ਕਰੈਕਟ। The degree of Earth's axial tilt remains completely fixed over long periods and does not oscillate। ਇਹ ਕੀ ਕਹਿ ਰਹੇ ਕਿ ਜਿਹੜਾ 23.5 ਡਿਗਰੀ ਦਾ ਇਹ ਐਂਗਲ ਬਣਿਆ ਹੋਇਆ ਇਹ ਐਵੇਂ ਦਾ ਐਵੇਂ ਹੀ ਰਹਿੰਦਾ। ਅਰਥ ਕਿੰਨੇ ਹੀ ਟਾਈਮ ਤੋਂ ਓਵਰ ਦ ਲੌਂਗਰ ਜੀਓਲੋਜੀਕਲ ਟਾਈਮ ਪੀਰੀਅਡ ਜੇ ਮੈਂ ਗੱਲ ਕਰਾਂ, ਹਜ਼ਾਰਾਂ ਸਾਲਾਂ ਲੱਖਾਂ ਸਾਲਾਂ ਤੱਕ ਇਸੇ ਐਂਗਲ ਤੇ ਘੁੰਮਦੀ ਆਈ ਹੈ, ਉਹਦਾ ਉਹ ਬਿਲਕੁਲ ਵੀ ਓਸੀਲੇਟ ਨਹੀਂ ਹੁੰਦਾ, ਇਹ ਐਂਗਲ ਚੇਂਜ ਨਹੀਂ ਹੁੰਦਾ। ਦਿਸ ਸਟੇਟਮੈਂਟ ਇਜ਼ ਇਨਕਰੈਕਟ। ਕਿਉਂ ਇਹ ਐਂਗਲ ਚੇਂਜ ਹੁੰਦਾ ਰਹਿੰਦਾ ਜੀ? ਬਿਕੋਜ਼ ਆਫ ਗ੍ਰੈਵਿਟੇਸ਼ਨਲ ਇੰਟਰੈਕਸ਼ਨ ਵਿਦ ਅਦਰ ਬੋਡੀਜ਼। ਆਪਣੇ ਸੋਲਰ ਸਿਸਟਮ ਵਿੱਚ ਆਪਾਂ ਦੇਖਦੇ ਹਾਂ ਕਿ ਪਲੈਨਟਸ ਆਰ ਨਾਟ ਸਟੇਸ਼ਨਰੀ, ਦੇ ਆਰ ਰਿਵੋਲਵਿੰਗ। ਡਿਪੈਂਡ ਕਰਦਾ ਕਿ ਲੈਟਸ ਸੇ ਕੋਈ ਮੇਜਰ ਪਲੈਨਟ ਹੈ, ਫॉर ਐਗਜ਼ਾਮਪਲ ਲੈਟਸ ਸੇ ਆਪਾਂ ਗੱਲ ਕਰੀਏ ਜੁਪੀਟਰ ਹੈ, ਜੁਪੀਟਰ ਦੀ ਪੋਜੀਸ਼ਨ ਕਿੱਥੇ ਹੈ, ਮੂਨ ਦੀ ਪੋਜੀਸ਼ਨ ਕਿੱਥੇ ਹੈ, ਮਾਰਸ ਦੀ ਪੋਜੀਸ਼ਨ ਕਿੱਥੇ ਹੈ, ਠੀਕ ਹੈ। ਸਿਮਿਲਰਲੀ ਵੀਨਸ ਦੀ ਪੋਜੀਸ਼ਨ ਕਿੱਥੇ ਹੈ, ਉਹ ਡਿਟਰਮਾਈਨ ਕਰੂਗਾ ਹੀ ਕਰੂਗਾ ਕਿ ਅਰਥ ਦਾ ਜਿਹੜਾ ਐਂਗਲ 23.5 ਹੈ ਥੋੜਾ ਜਿਹਾ ਘਟੂਗਾ ਜਾਂ ਵਧੂਗਾ। ਸੋ ਇਟਸ ਨਾਟ ਸਟੇਸ਼ਨਰੀ। The axial tilt is primarily responsible for occurrence of seasons by causing variation in angle and duration of sunlight received by different hemisphere throughout the year। एक ही कह रही है थर्ड स्टेटमेंट, ਕਹਿੰਦੇ ਵੀ ਜੇ ਇਹ 23.5 ਡਿਗਰੀ ਐਂਗਲ ਨਾ ਹੁੰਦਾ, ਫਰਜ਼ ਕਰੋ ਐ ਹੁੰਦਾ, ਬਿਲਕੁਲ ਜ਼ੀਰੋ ਐਂਗਲ ਹੁੰਦਾ ਵਿਦ ਦ ਲਾਈਨ ਪਰਪੈਂਡੀਕੂਲਰ ਟੂ ਦ ਆਰਬਿਟਲ ਪਲੇਨ ਆਫ ਮੋਸ਼ਨ, ਸੌਰੀ ਰੋਟੇਸ਼ਨ ਆਰਬਿਟਲ ਪਲੇਨ, ਤਾਂ ਉਹਦੇ ਨਾਲ ਜੇ ਬਿਲਕੁਲ 0 ਡਿਗਰੀ ਦਾ ਐਂਗਲ ਹੁੰਦਾ ਮਤਲਬ ਇਸੇ ਓਰੀਐਂਟੇਸ਼ਨ ਦੇ ਵਿੱਚ ਨਾਰਥ ਪੋਲ ਤੇ ਸਾਊਥ ਪੋਲ ਹੋਣਾ ਸੀਗਾ ਤੇ ਅਰਥ ਐ ਰੋਟੇਟ ਕਰਦੀ ਰਹਿੰਦੀ। ਤਾਂ ਫੇਰ ਕੀ ਹੋਣਾ ਸੀਗਾ, ਜਿਹੜੀ ਸਨ ਰੇਜ਼ ਹੈ ਫॉर ਐਗਜ਼ਾਮਪਲ ਥੀਸ ਆਰ ਦ ਸਨ ਰੇਜ਼, ਇਹ ਨਾਰਥ ਹੈਮੀਸਫੇਅਰ ਦੇ ਵਿੱਚ ਬਰਾਬਰ ਪੈਂਦੀਆਂ, ਸਾਊਥ ਹੈਮੀਸਫੇਅਰ ਦੇ ਵਿੱਚ ਵੀ ਬਿਲਕੁਲ ਬਰਾਬਰ ਪੈਂਦੀਆਂ। ਪਰ ਹੁਣ ਕੀ ਹੋ ਰਿਹਾ, ਹੁਣ ਨਾ ਇਹ ਕੁਝ ਇਸ ਤਰੀਕੇ ਨਾਲ ਟਿਲਟਡ ਆ, ਦੇਖੋ ਇਸ ਤਰੀਕੇ ਨਾਲ। ਯਾਨੀ ਕਿ ਇੱਕ ਪੁਆਇੰਟ ਆਫ ਟਾਈਮ ਉਦੋਂ ਆਉਂਦਾ ਜਦੋਂ ਜਿਹੜਾ ਸਦਰਨ ਹੈਮੀਸਫੇਅਰ ਹੈ ਇਟ ਇਜ਼ ਫੇਸਿੰਗ ਟੂਵਰਡਸ ਦੀ ਸਨ, ਨਦਰਨ ਹੈਮੀਸਫੇਅਰ ਇਜ਼ ਪੁਆਇੰਟਿੰਗ ਅਵੇ ਟੂਵਰਡਸ ਦੀ ਸਨ। ਤਾਂ ਇਹ ਚੱਲਦਾ ਰਹੇ, ਆ ਦੇਖੋ ਆ ਦੇਖੋ। ਤਾਂ ਹੋ ਕੀ ਰਿਹਾ ਕਿ ਦੋ ਕੇਸਿਸ ਕੁਝ ਇਸ ਤਰੀਕੇ ਦੇ ਬਣਨਗੇ ਜਦੋਂ ਇਕੁਇਨੌਕਸ ਦਾ ਕੇਸ ਬਣਦਾ, ਸੈਪਟੈਂਬਰ ਇਕੁਇਨੌਕਸ ਤੇ ਆਪਾਂ ਮਾਰਚ ਇਕੁਇਨੌਕਸ ਦੀ ਗੱਲ ਕਰਦੇ ਹਾਂ, ਜਦੋਂ ਕਿ ਦੋਨੋਂ ਹੈਮੀਸਫੇਅਰ ਦੇ ਵਿੱਚ ਬਰਾਬਰ ਸਨਲਾਈਟ ਪੈ ਰਹੀ ਹੁੰਦੀ ਹੈ। ਬਟ ਬਾਕੀ ਦੇ ਦੋ ਕੇਸ ਬਣਦੇ ਨੇ, ਲੈਟਸ ਸੇ ਦਿਸ ਕੇਸ ਜਦੋਂ ਸਦਰਨ ਹੈਮੀਸਫੇਅਰ ਇਜ਼ ਪੁਆਇੰਟਿੰਗ ਟੂਵਰਡਸ ਦੀ ਸਨ ਐਂਡ ਇਨ ਦਿਸ ਕੇਸ ਨਦਰਨ ਹੈਮੀਸਫੇਅਰ ਇਜ਼ ਪੁਆਇੰਟਿੰਗ ਅਵੇ ਟੂਵਰਡਸ ਦੀ ਸਨ। ਸਦਰਨ ਹੈਮੀਸਫੇਅਰ ਸਨ ਦੀ ਤਰਫ ਫੇਸ ਕਰ ਰਿਹਾ ਤੇ ਯਾਨੀ ਕਿ ਸਨ ਦੀ ਜਿਹੜੀ ਜ਼ਿਆਦਾ ਕਿਰਨ ਹੈ ਉਹ ਕਿੱਥੇ ਕੰਸੈਂਟਰੇਟਡ ਹੈ, ਸਦਰਨ ਹੈਮੀਸਫੇਅਰ। ਤਾਂ ਸਦਰਨ ਹੈਮੀਸਫੇਅਰ ਦੇ ਵਿੱਚ ਕੀ ਹੋ ਰਿਹਾ, ਗਰਮੀਆਂ, ਨਦਰਨ ਹੈਮੀਸਫੇਅਰ ਦੇ ਵਿੱਚ ਕੀ ਹੁੰਦਾ, ਸਰਦੀਆਂ। ਆ ਦੇਖੋ ਫੇਰ ਕੀ ਹੋਇਆ, ਮਾਰਚ ਦਾ ਸੀਜ਼ਨ ਆ ਗਿਆ, ਮਾਰਚ ਯਾਨੀ ਕਿ ਨਾ ਤਾਂ ਹੁਣ ਨਦਰਨ ਹੈਮੀਸਫੇਅਰ ਪੁਆਇੰਟ ਕਰ ਰਿਹਾ ਇਹਦੇ ਵੱਲ, ਨਾ ਸਦਰਨ ਹੈਮੀਸਫੇਅਰ ਪੁਆਇੰਟ ਕਰ ਰਿਹਾ, ਦੋਨੋਂ ਹੈਮੀਸਫੇਅਰ ਦੇ ਵਿੱਚ ਬਰਾਬਰ ਹੀਟ ਜਾਰੀ ਹੈ। ਮਾਰਚ ਦਾ ਮਹੀਨਾ ਬਹੁਤ ਜ਼ਿਆਦਾ ਗਰਮੀ ਨਹੀਂ ਹੁੰਦੀ। ਦੈਨ ਕਮਸ ਅਗੇਨ ਜੂਨ, ਜੂਨ ਦੇ ਵਿੱਚ ਕੀ ਹੋ ਰਿਹਾ, northern hemisphere is pointing towards the sun, southern pointing away from the sun। then September,
दिस साइकिल कंप्लीट्स। ये देखो, सो द एक्सियल टिल्ट, बिल्कुल सही गल है जी, एक्सियल टिल्ट है ਤਾਂ ही अपने को सीजन सुनने हैं। सो दिस स्टेटमेंट इज करेक्ट। अपना राइट आंसर बनता है जी 1 एंड थर्ड एंड सेकंड इज इनकरेक्ट। सो बी इज द राइट आंसर। नेक्स्ट, कंसीडर द फॉलोइंग स्टेटमेंट्स अबाउट द पेरिगी एंड एपोगी। ਪੈਰੀਗੀ ਤੇ ਅਪੋਗੀ ਦੀ ਆਪਾਂ ਗੱਲ ਕਰੀਏ ਤਾਂ ਦੋ ਪੁਆਇੰਟਸ ਨੇ ਆਰਬਿਟਲ ਪਲੇਨ ਦੇ ਵਿੱਚ ਜੋ ਡਿਸਟੈਂਸ ਦੱਸਦੇ ਆ। ਡਿਸਟੈਂਸ ਦਾ ਇੱਕ ਮੈਟ੍ਰਿਕ ਹੋ ਚੁੱਕਿਆ, ਠੀਕ ਹੈ। ਡਿਸਟੈਂਸ ਨੂੰ ਆਪਾਂ ਦੱਸ ਰਹੇ ਹਾਂ ਕਿ ਕਿਹੜਾ ਪੁਆਇੰਟ ਨੇੜੇ ਹੈ, ਕਿਹੜਾ ਦੂਰ ਹੈ। ਇਨ ਜਿਓਸੈਂਟਰਿਕ ਆਰਬਿਟ ਪੈਰੀਗੀ ਰੈਫਰਸ ਟੂ ਦ ਪੁਆਇੰਟ ਵੇਅਰ ਸੈਟੇਲਾਈਟ ਔਰ ਦ ਮੂਨ ਇਜ਼ ਕਲੋਜ਼ਸਟ ਟੂ ਦੀ ਅਰਥ। ਹਾਂਜੀ ਬਿਲਕੁਲ ਸਹੀ ਗੱਲ ਹੈ। ਜੇ ਮੂਨ ਜਾਂ ਫਿਰ ਕੋਈ ਹੋਰ ਸੈਟੇਲਾਈਟ ਜਿਹੜੀ ਹੈਗੀ ਹੈ ਵੈਨ ਇਟ ਕਮਸ ਕਲੋਜ਼ਸਟ ਟੂ ਦ, ਕਿਉਂਕਿ ਬਿਲਕੁਲ ਨਾ ਆਪਣੇ ਸਰਕੂਲਰ ਆਪਣੇ ਆਰਬਿਟ ਨਹੀਂ ਹੁੰਦੇ ਹੈਗੇ, ठीक है, सर्कुलर नहीं होंगे हैगे। मैं उरे बनाना चाहवा तो यह पॉइंट है जो फार है, ये थोड़ा दूर है एंड दिस पॉइंट इज नियर। जे नियर है तो मैं की कहूँगा पैरीगी पॉइंट कहूँगा। ये जो दूर है, राइट, इट इज फर्दर अवे फ्रॉम दिस पॉइंट एंड दिस इज द पॉइंट ऑफ एपोगी। सो एपोगी इज द पॉइंट फारदेस्ट फ्रॉम द अर्थ with these distances measured from earth center। this statement is correct। then the terms perigee and apogee are interchangeably used for orbits around any celestial body including sun। sun ਦੀ ਵੀ ਗੱਲ ਕਰਤੀ ਕਿ let's say sun ਉਰੇ ਆਪਾਂ ਆ ਬਣਾਤਾ sun center ਦੇ ਵਿੱਚ and then we have a orbit, earth is revolving around the sun in this manner hypothetically speaking। मतलब बहुत रफ डायग्राम बनाया मैं। ਇਹਦੇ ਵਿੱਚ ਆਪਾਂ ਕਿਹਾ ਕਿ ਇੱਕ ਨੇੜੇ ਵਾਲਾ ਪੁਆਇੰਟ ਹੋਊਗਾ, ਇੱਕ ਦੂਰ ਵਾਲਾ ਪੁਆਇੰਟ ਹੋਊਗਾ, ਠੀਕ ਹੈ। ਤੁਸੀਂ ਕਹੋਗੇ ਸਰ ਨੇੜੇ ਵਾਲਾ ਪੁਆਇੰਟ ਤਾਂ ਮੈਨੂੰ ਸਭ ਤੋਂ ਜ਼ਿਆਦਾ ਲੱਗ ਰਿਹਾ, ਬਟ ਹਾਂ ਮੈਂ ਮੰਨ ਕੇ ਚੱਲ ਰਿਹਾ ਬਾਈ ਕਿ ਮੈਂ ਥੋੜਾ ਜਿਹਾ ਗਲਤ ਬਣਾਤਾ, ਕੋਈ ਗੱਲ ਨਹੀਂ, ਆਪਾਂ ਨੂੰ ਇਰੇਜ਼ ਹੀ ਕਰ ਲੈਂਦੇ ਹਾਂ। ਚਲੋ ਆਪਾਂ ਉਰੇ ਬਣਾ ਲੈਂਦੇ ਹਾਂ, ਕੁਝ ਇਸ ਤਰੀਕੇ ਨਾਲ ਬਣਾ ਲਓ ਜੀ। ਇਹ ਇੱਕ ਪੁਆਇੰਟ ਆ ਗਿਆ, ਇਹ ਇੱਕ ਪੁਆਇੰਟ ਆ ਗਿਆ, ਠੀਕ ਹੈ ਜੀ। ਇਹ ਸਨ ਹੈ, ਇਹ ਅਰਥ ਹੈ। ਹੁਣ ਇਸ ਕੇਸ ਵਿੱਚ ਮੈਂ ਮੰਨ ਕੇ ਚੱਲਦਾ ਕਿ ਆਹ ਜਿਹੜਾ ਪੁਆਇੰਟ ਹੈ ਇਹ ਨੀਅਰੈਸਟ ਹੈ ਜੀ, ਇਹ ਹੈਗਾ ਦਿਸ ਇਜ਼ ਫਰਦਰ ਅਵੇ। ਹੁਣ ਅਰਥ ਤੇ ਸਨ ਦੀ ਜਦੋਂ ਗੱਲ ਹੋਣੀ ਹੈ ਤਾਂ ਉਰੇ ਜਿਹੜੀ ਗੱਲ ਹੋਣੀ ਹੈ ਉਰੇ ਆਪਾਂ ਪੈਰੀਹੀਲੀਅਨ ਤੇ ਐਪਹੀਲੀਅਨ ਦੀ ਗੱਲ ਕਰਾਂਗੇ। ਪਹਿਲਾਂ ਪੈਰੀਗੀ ਐਪੋਗੀ ਦੀ ਗੱਲ ਕੀਤੀ ਸੀ, ਉਰੇ ਆਪਾਂ ਗੱਲ ਕਰਾਂਗੇ ਪੈਰੀਹੀਲੀਅਨ ਤੇ ਐਪਹੀਲੀਅਨ ਦੀ। ਤਾਂ ਸਟੇਟਮੈਂਟ 2 ਜਿਹੜੀ ਹੈਗੀ ਹੈ ਇਹ ਹੈਗੀ ਹੈ ਇਨਕਰੈਕਟ। ਸੋ ਦ ਰਾਈਟ ਆਂਸਰ ਇਨ ਦਿਸ ਕੇਸ ਇਜ਼ 1 only। Next, consider the following statements about the lunar nodes on Earth, Moon orbital planes। ਹੁਣ ਲੂਨਰ ਨੋਡਸ ਦਾ ਜਿਹੜਾ ਕਨਸੈਪਟ ਹੈ ਉਹ ਜ਼ਰੂਰੀ ਆਪਣੇ ਲਈ ਸਮਝਣਾ, ਤਾਂ ਹੀ ਆਪਾਂ ਸਮਝ ਪਾਉਂਦੇ ਹਾਂ ਕਿ ਇਕਲਿਪਸ ਕਿਉਂ ਹੋ ਰਹੇ ਆ, ਠੀਕ ਹੈ। ਨਹੀਂ ਤਾਂ ਹਰ ਵਾਰੀ ਤੁਸੀਂ ਦੇਖੋਗੇ ਕਿ ਜਿਹੜਾ ਮੂਨ ਹੈ ਉਹ ਅਰਥ ਤੇ ਸਨ ਦੇ ਵਿਚਾਲੇ ਆਈ ਜਾਣਾ, ਬਟ ਹਰ ਵਾਰ ਆਪਾਂ ਨੂੰ ਇਕਲਿਪਸ ਦੇਖਣ ਨੂੰ ਨਹੀਂ ਮਿਲਦਾ। ਦਿਸ ਇਜ਼ ਰੀਜ਼ਨ ਫॉर दैट। ਰੀਜ਼ਨ ਇਸ ਲਈ ਹੈ ਕਿ ਚਾਹੇ ਆਪਾਂ ਗੱਲ ਕਰੀਏ ਕਿ ਜਿਹੜਾ ਅਰਥ ਤੇ ਸਨ ਦਾ ਆਰਬਿਟਲ ਪਲੇਨ ਹੈ ਉਹ ਤਾਂ ਐਵੇਂ ਹੀ ਹੈ, ਬਟ ਜਿਹੜਾ ਮੂਨ ਤੇ ਅਰਥ ਦਾ ਆਰਬਿਟਲ ਪਲੇਨ ਹੈ, ਯਾਨੀ ਕਿ ਜਿਸ ਪਲੇਨ ਦੇ ਵਿੱਚ ਮੂਨ ਰਿਵੋਲਵ ਕਰ ਰਿਹਾ ਅਰਾਊਂਡ ਅਰਥ, ਉਹ ਇੱਕ ਐਂਗਲ ਤੇ ਹੈ। ਉਹ ਕੁਝ ਇਸ ਤਰੀਕੇ ਨਾਲ ਹੈ ਜੀ। ਮੰਨ ਲਓ ਆਹ ਅਰਥ ਦਾ ਆਰਬਿਟਲ ਪਲੇਨ ਹੈ ਜਿਸ ਦੇ ਵਿੱਚ ਅਰਥ ਘੁੰਮ ਰਹੀ ਹੈ ਅਰਾਊਂਡ ਸਨ। ਮੂਨ ਕੁਝ ਇਸ ਤਰੀਕੇ ਨਾਲ ਘੁੰਮ ਰਿਹਾ ਹੈ, ਐਂਗਲ ਤੇ ਘੁੰਮ ਰਿਹਾ ਹੈ, ਯਾਨੀ ਕਿ ਮੂਨ ਇਜ਼ ਰਿਵੋਲਵਿੰਗ ਅਰਾਊਂਡ ਦੀ ਅਰਥ ਇਨ ਦਿਸ ਪਲੇਨ। ਆ ਦੇਖੋ ਇੱਕ ਐਂਗਲ ਤੇ ਹੈ, ਉਹ ਐਂਗਲ ਕਿੰਨਾ ਹੈ? ਉਹ 5 ਡਿਗਰੀ ਦੇ ਆਸ-ਪਾਸ ਦਾ ਐਂਗਲ ਹੈ ਜੀ। ਲੂਨਰ ਨੋਡਸ ਕਿਹੜੀਆਂ? ਅੱਜ ਜਦੋਂ ਆਹ ਅਰਥ ਦਾ ਜਿਹੜਾ ਆਰਬਿਟਲ ਪਲੇਨ ਹੈ, ਇਹ ਵਾਲਾ ਜਿਹੜਾ ਮੇਰਾ ਲੈਫਟ ਹੈਂਡ ਹੈ, ਇਹ ਅਰਥ ਦਾ ਆਰਬਿਟਲ ਪਲੇਨ ਹੈ। ਜਦੋਂ ਇਹ ਜਿੱਥੇ ਇੰਟਰੈਕਟ ਕਰ ਰਿਹਾ, ਜਦੋਂ ਇਹ ਕੱਟ ਕਰ ਰਿਹਾ ਉਰੇ ਵਿਦ ਦ ਆਰਬਿਟਲ ਪਲੇਨ ਆਫ ਮੂਨ, ਇਹ ਪੁਆਇੰਟ ਹੈ ਤੇ ਇਹ ਪੁਆਇੰਟ ਹੈ। ਇਹ ਦੋ ਪੁਆਇੰਟਸ ਜਿਹੜੇ ਹੈਗੇ ਆ ਇਹ ਬਣ ਗਏ ਮੇਰੇ ਲੂਨਰ ਨੋਡਸ। ਹੁਣ ਜਦੋਂ ਲੂਨਰ ਨੋਡਸ ਤੇ ਹੀ ਪਾਰਟਿਕੂਲਰ ਇੱਕ ਓਰੀਐਂਟੇਸ਼ਨ ਦੇ ਵਿੱਚ ਮੂਨ ਆਊਗਾ, ਸਨ ਤੇ ਅਰਥ ਦੇ ਵਿੱਚ ਆਊਗਾ, ਤਾਂ ਜਾ ਕੇ ਆਪਾਂ ਨੂੰ ਇਕਲਿਪਸ ਦੇਖਣ ਨੂੰ ਮਿਲੂਗਾ, ਨਹੀਂ ਤਾਂ ਨਹੀਂ ਦੇਖਣ ਨੂੰ ਮਿਲੂਗਾ। ਸੋ ਦ ਲੂਨਰ ਨੋਡਸ ਆਰ ਦ 2 ਪੁਆਇੰਟਸ ਵੇਅਰ ਮੂਨਸ ਆਰਬਿਟਲ ਪਲੇਨ ਇੰਟਰਸੈਕਟਸ with Earth's orbital plane। This is correct। The second point, the angle formed by Earth's orbital plane, the eclipse, and Moon's orbital plane is approximately 23.5 degree। No, this is not 23.5 degree, it is around 5 degree।
So the correct answer is 1 only. Next, a solar eclipse when moon passes between the sun and the earth, typically during the new moon phase. ਕਹਿੰਦੇ solar eclipse ਉਦੋਂ ਹੁੰਦਾ ਹੈ ਜਦੋਂ moon pass ਕਰਦਾ ਹੈ between sun and earth. So let's imagine this as sun and this as earth. Solar eclipse मतलब ਕਿ ਲੈਟ ਸੇ ਦਿਨ ਹੋ ਰਿਹਾ ਸੀਗਾ ਉਰੇ ਅਰਥ ਤੇ ਇਸ ਪਾਰਟ ਤੇ ਇਧਰ ਵਾਲੇ ਪਾਸੇ ਤਾਂ ਰਾਤ ਹੋਊਗੀ, ਤਾਂ ਦਿਨ ਹੋ ਰਿਹਾ ਸੀਗਾ, ਤਾਂ ਉਰੇ ਮੂਨ ਪਾਸ ਹੋ ਰਿਹਾ ਸੀਗਾ। ਮੂਨ ਪਾਸ ਹੋ ਰਿਹਾ ਸੀਗਾ ਤਾਂ ਮੂਨ ਨੇ ਕੀ ਕੀਤਾ, ਇੱਕ ਪਾਰਟਿਕੂਲਰ ਏਰੀਆ ਦੇ ਵਿੱਚ ਸਨਲਾਈਟ ਨੂੰ ਬਲੌਕ ਕਰਤਾ। ਸਨਲਾਈਟ ਆ ਰਹੀ ਸੀਗੀ, ਆ ਦੇਖੋ ਸਨਲਾਈਟ ਆ ਰਹੀ ਸੀਗੀ ਤਾਂ ਉਰੇ ਸਨਲਾਈਟ ਨੂੰ ਬਲੌਕ ਕਰਤਾ। A solar eclipse occurs when moon passes between sun and earth, typically during new moon phase। ਹੁਣ ਆਪਾਂ ਨੂੰ ਪਤਾ ਹੈ ਕਿ ਆਹ ਜਿਹੜਾ ਫੇਜ਼ ਹੈ, ਫੇਜ਼ ਨਿਊ ਮੂਨ ਫੇਜ਼ ਉਰੇ ਹੀ ਆ ਸਕਦਾ ਹੈ। ਉਰੇ ਕੀ ਆਊਗਾ, ਉਰੇ ਫੁੱਲ ਮੂਨ ਫੇਜ਼ ਆਊਗਾ, ਉਰੇ ਕੁਆਟਰਲੀ ਜਿਹੜੇ ਆਣਗੇ, ਰਾਈਟ। ਸੋ ਉਰੇ ਆਪਾਂ ਗੱਲ ਕਰ ਰਹੇ ਹਾਂ ਫਸਟ ਕੁਆਟਰ, then we have this is new moon, ਹਾਂ this is new moon and then we have full moon and then ਉਸ ਤੋਂ ਬਾਅਦ ਕੁਆਟਰਸ ਦੀ ਗੱਲ ਆਪਾਂ ਕਰ ਸਕਦੇ ਹਾਂ। ਤਾਂ ਉਰੇ ਜਦੋਂ ਮੂਨ ਹੋਊਗਾ ਉਰੇ ਨਹੀਂ ਆ ਸਕਦਾ, ਉਰੇ ਜਦੋਂ ਮੂਨ ਹੋਊਗਾ ਉਰੇ ਨਹੀਂ ਬਣ ਸਕਦਾ ਗਲਿਪਸ, ਉਰੇ ਵੀ ਨਹੀਂ ਬਣ ਸਕਦਾ। ਇਹ ਉਦੋਂ ਹੀ ਬਣੂਗਾ ਜਦੋਂ ਨਿਊ ਮੂਨ ਫੇਜ਼ ਦੇ ਵਿੱਚ ਹੋਊਗਾ ਐਂਡ ਦਿਸ statement is correct. Now lunar eclipse occurs when earth passes between sun and the moon, typically during full moon phase। ਹੁਣ ਲੂਨਰ ਇਕਲਿਪਸ ਉਦੋਂ ਹੁੰਦਾ ਹੈ ਜਦੋਂ ਅਰਥ ਵਿਚਾਲੇ ਆ ਜਾਂਦੀ ਹੈ, ਅਰਥ ਵਿਚਾਲੇ ਆ ਜਾਂਦੀ ਹੈ ਕਿਹਦੇ, ਸਨ ਤੇ ਮੂਨ ਦੇ। ਆ ਦੇਖੋ, ਤਾਂ ਹੁਣ ਮੂਨ ਤੇ ਜਿਹੜੀ ਲਾਈਟ ਜਾ ਰਹੀ ਸੀਗੀ ਸਨ ਦੀ ਉਹ ਨਹੀਂ ਜਾ ਪਾਏਗੀ, ਕਿਉਂ, ਕਿਉਂਕਿ ਅਰਥ ਨੇ ਬਲੌਕ ਕਰਤੀ, ਅਰਥ ਨੇ ਬਲੌਕ ਕਰਤੀ ਆਹ ਲਾਈਟ। ਆ ਦੇਖੋ, ਤਾਂ ਕਰਕੇ ਆਪਾਂ ਨੂੰ ਫੁੱਲ ਮੂਨ ਦਿਖਣਾ ਚਾਹੀਦਾ ਸੀਗਾ ਪਰ ਉਦੋਂ ਨਹੀਂ ਦਿਖ ਰਿਹਾ ਹੈਗਾ, ਫॉर ਬਰੀਫ ਪੀਰੀਅਡ ਆਪਾਂ ਨੂੰ ਨਹੀਂ ਦਿਖ ਰਿਹਾ ਹੈਗਾ, ਕਿਉਂ, ਕਿਉਂਕਿ ਲੂਨਰ ਇਕਲਿਪਸ ਹੋ ਚੁੱਕਿਆ। ਸੋ ਦਿਸ ਸਟੇਟਮੈਂਟ ਇਜ਼ ਕਰੈਕਟ। A total solar eclipse is visible from anywhere on the earth, while lunar eclipse is only visible from a limited region। ਹੁਣ ਵਿਜ਼ੂਅਲਾਈਜ਼ ਕਰੋ ਸਟੇਟਮੈਂਟ ਨੂੰ। ਇਹ ਕਹਿ ਰਹੇ ਟੋਟਲ ਸੋਲਰ ਇਕਲਿਪਸ ਇਸ ਸਾਈਡ ਨਿਊ ਮੂਨ ਵਾਲੀ ਸਾਈਡ ਆਪਾਂ ਗੱਲ ਕਰ ਰਹੇ ਹਾਂ, ਕਹਿੰਦੇ ਕਿਤੋਂ ਵੀ ਦਿਖ ਚੁੱਕਾ ਹੈ, ਕਿਤੋਂ ਨਹੀਂ ਦਿਖਦਾ ਜੀ। ਆਪਾਂ ਪੈਨੰਬਰਾ ਤੇ ਅੰਬਰਾ ਦਾ ਕਨਸੈਪਟ ਪੜ੍ਹਦੇ ਹਾਂ। ਟੋਟਲ ਸੋਲਰ ਇਕਲਿਪਸ ਉਦੋਂ ਦਿਖਣਾ ਜਦੋਂ ਆਪਾਂ ਬਿਲਕੁਲ ਡਾਰਕ ਰੀਜਨ ਦੇ ਵਿੱਚ ਜਾ ਚੁੱਕੇ ਹਾਂ ਜੀ, ਉਸ ਤੋਂ ਇਲਾਵਾ ਨਹੀਂ ਦਿਖੂਗਾ। ਤੁਸੀਂ ਦੇਖੋਗੇ ਕਿ ਸੋਲਰ ਇਕਲਿਪਸ ਨਾ ਬਹੁਤ ਘੱਟ ਜਗ੍ਹਾ ਤੇ ਦਿਖਦਾ ਐਸ ਕੰਪੇਅਰ ਟੂ ਲੂਨਰ ਇਕਲਿਪਸ, ਤੋਂ ਫਿਰ ਵੀ ਦਿਖ ਜਾਊਗਾ। ਲੂਨਰ ਇਕਲਿਪਸ ਤੁਹਾਨੂੰ ਜਿੱਥੇ ਨਾਈਟ ਹੈਗੀ ਹੈ, ਜਿਹੜੇ ਸਾਈਡ ਤੇ ਨਾਈਟ ਹੈਗੀ ਤੁਹਾਨੂੰ ਉਸ ਤੋਂ ਪੂਰਾ ਦਿਖ ਜਾਊਗਾ, ਬਟ ਜਿਹੜਾ ਸੋਲਰ ਇਕਲਿਪਸ ਹੈਗਾ ਉਹ ਬਹੁਤ ਹੀ ਛੋਟੀ ਜਗ੍ਹਾ ਦੇ ਵਿੱਚ ਬਹੁਤ ਹੀ ਬਰੀਫ ਟਾਈਮ ਵਾਸਤੇ ਤੁਹਾਨੂੰ ਦਿਖਣ ਵਾਲਾ ਹੈ। ਸੋ ਸਟੇਟਮੈਂਟ 3 ਜਿਹੜੀ ਹੈਗੀ ਹੈ ਦਿਸ ਇਜ਼ ਇਨਕਰੈਕਟ। ਵੀ ਹੈਵ 1 and 2 is the as a right answers. Next, consider the following statements about umbra and penumbra. Umbra is the innermost and darkest part of shadow where light source is completely blocked। ਇਸੇ ਦੀ ਗੱਲ ਕਰ ਰਹੇ ਸੀ ਕਿ ਜਦੋਂ ਆਪਾਂ ਟੋਟਲ ਸੋਲਰ ਇਕਲਿਪਸ ਦੀ ਗੱਲ ਕਰਨ ਲੱਗੇ ਹਾਂ, ਸੋਲਰ ਇਕਲਿਪਸ ਵਿੱਚ ਕੀ ਹੋਣ ਵਾਲਾ ਹੈ, ਸੋਲਰ ਇਕਲਿਪਸ ਵਿੱਚ ਕੀ ਹੋਣ ਵਾਲਾ ਹੈ ਜੀ, ਕਿ ਇੱਕ ਉਰੇ ਲੈਟਸ ਸੇ ਵੀ ਹੈਵ ਮੂਨ ਜੋ ਕਿ ਅਰਥ ਤੇ ਸਨ ਦੇ ਵਿਚਾਲੇ ਆ ਚੁੱਕਾ ਹੈ। ਨਾਓ ਇਟ ਇਜ਼ ਬਲੌਕਿੰਗ ਸਰਟਨ ਪਾਰਟ ਆਫ ਲਾਈਟ ਜੋ ਕਿ ਅਰਥ ਦੇ ਸਰਫੇਸ ਤੇ ਆ ਸਕਦੀ ਹੈ, ਤੇ ਉਹ ਲਾਈਟ ਕੁਝ ਰੀਜਨ ਦੇ ਵਿੱਚ ਬਹੁਤ ਹੀ ਜ਼ਿਆਦਾ ਇੱਕ ਡਾਰਕ ਸਪੌਟ ਬਣਾਉਗੀ, ਉਹ ਹੋ ਜਾਊਗਾ ਅੰਬਰਾ, ਇਨਰਮੋਸਟ ਐਂਡ ਡਾਰਕੈਸਟ ਪਾਰਟ। ਉਸ ਦੇ ਅਰਾਊਂਡ ਕੀ ਹੋਊਗਾ, ਉਸ ਦੇ ਅਰਾਊਂਡ ਨਾ ਥੋੜਾ ਜਿਹਾ ਲਾਈਟ ਪਾਰਟ ਹੋਊਗਾ ਜਿਹਨੂੰ ਆਪਾਂ ਕਹਿੰਦੇ ਪੈਨੰਬਰਾ, ਪੈਨੰਬਰਾ, ਪੈਨੰਬਰਾ। So this statement is correct. Penumbra is the outer region of partial shadow जिथे थोड़ी थोड़ी सनलाइट भी आऊगी पर complete darkness नहीं होगी, complete brightness ही होने वाली, where only a portion of light source is obscured and it widens as the distance from light source increases। कहते लाइट सोर्स तो जिन्ना ज़्यादा दूर होगा उन्ना ज़्यादा पेनम्बरा ज़्यादा बड़ा होने वाला है। ये सिंपल तुम एक्सपेरिमेंट करके देखो घरे भी, एक टॉर्च लो एंड देन ब्लॉक दैट अगेन इन अ डार्क रूम, ब्लॉक इट्स लाइट विद अ सर्टेन पार्ट, कोई लेट्स से इरेजर ले लिया, कुछ ले लिया, एंड देन उन्होंने पीछे करके देखो तो सामने ਜਿਹੜੀ वॉल होगी वो तो एक डार्क स्पॉट बनूगा जो कि इस ऑब्जेक्ट ने बनाया होया, पर जिन्ना तुम पिछे जाई जाओगे ऐ करोगे तो उन्ना ਜਿਹੜਾ पेनम्बर वाला पार्ट है, ठीक है जी, शैडो वाला पार्ट, पार्शियल शैडो वाला पार्ट वो ਵੱਧਦਾ ਜਾਊਗਾ। दिस स्टेटमेंट इज ऑल्सो करेक्ट। नेक्स्ट, मैच द फॉलोइंग टाइप्स ऑफ मून्स विद देयर डिस्क्रिप्शंस। रेड मून, रेड मून के करस्पॉन्डिंग की लिखा हुआ
ਸੈਕਿੰਡ ਫੁੱਲ ਮੂਨ ਅਕਰਿੰਗ ਇਨ ਅ ਸਿੰਗਲ ਕੈਲੰਡਰ ਮੰਥ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜੇ ਆਪਾਂ ਇੱਕ ਸਿੰਗਲ ਮੰਥ ਦੀ ਗੱਲ ਕਰੀਏ ਤਾਂ ਆਪਾਂ ਨੂੰ ਮੋਸਟਲੀ ਕੀ ਹੁੰਦਾ, ਆਪਾਂ ਨੂੰ ਸਿੰਗਲ ਫੁੱਲ ਮੂਨ ਹੀ ਮਿਲਦਾ, ਸਿੰਗਲ ਨਿਊ ਮੂਨ ਮਿਲਦਾ। ਫੁੱਲ ਮੂਨ ਦੋ ਨਹੀਂ ਮਿਲਦੇ ਹੈਗੇ, ਠੀਕ ਹੈ। ਜਦੋਂ ਫੁੱਲ ਮੂਨ ਦੋ ਮਿਲਦੇ ਆ ਤਾਂ ਆਪਾਂ ਕਹਿੰਦੇ ਯਾਰ ਵਨਸ ਇਨ ਅ ਬਲੂ ਮੂਨ ਟਾਈਪ ਗੱਲ ਕਰਤੀ ਆਪਾਂ, ਕਿ ਆਪਾਂ ਇਹ ਇੰਗਲਿਸ਼ ਦਾ ਫਰੇਜ਼ ਵੀ ਯੂਜ਼ ਕਰ ਲੈਂਦੇ ਕਿ ਉਹ ਫਲਾਣੇ ਨੇ ਕੁਛ ਐਂ ਕਰਤਾ ਤਾਂ ਉਹ ਐਂ ਲੱਗਦਾ ਕਿ ਵਨਸ ਇਨ ਅ ਬਲੂ ਮੂਨ ਵਾਲੀ ਗੱਲ ਹੈ। ਤਾਂ ਬਲੂ ਮੂਨ ਵੀ ਉਦੋਂ ਆਪਾਂ ਯੂਜ਼ ਕਰ ਰਹੇ ਹਾਂ ਕਿ ਯਾਰ ਜੇ ਸਿੰਗਲ ਮੰਥ ਦੇ ਵਿੱਚ ਦੂਜੀ ਵਾਰੀ ਫੁੱਲ ਮੂਨ ਆ ਗਿਆ। ਤਾਂ ਰੈੱਡ ਮੂਨ ਦੇ ਨਾਲ ਇਹਦਾ ਕੋਈ ਲਿੰਕ ਨਹੀਂ ਹੈਗਾ ਜੀ। Second, blue moon, again full moon that appears larger and brighter than usual because it coincides with the moon's closest approach towards perigee in its elliptical orbit। ਉਰੇ ਕਹਿ ਰਹੇ ਕਿ ਬਲੂ ਮੂਨ ਕੀ ਲਾਰਜੈਸਟ ਹੁੰਦਾ ਹੈ? The answer is no, ਉਹ ਹੁੰਦਾ ਹੈ ਸੁਪਰ ਮੂਨ। ਕਿਉਂ? ਕਿਉਂਕਿ ਅਰਥ ਤੇ ਮੂਨ ਦਾ ਜਿਹੜਾ ਆਰਬਿਟ ਹੈਗਾ ਉਹਦੇ ਵਿੱਚ ਪੈਰੀਗੀ ਵੀ ਹੈਗਾ, ਐਪੋਗੀ ਵੀ ਹੈਗਾ। ਪੈਰੀਗੀ ਤੇ ਜਦੋਂ ਮੂਨ ਆਊਗਾ ਉਹ ਲਾਰਜੈਸਟ ਦਿਖੂਗਾ ਆਪਾਂ ਨੂੰ ਅਰਥ ਤੋਂ, that is super moon। Super moon the corresponding a phenomena during total lunar eclipse where moon takes a reddish hue due to sunlight refracted through earth's atmosphere scattering blue light। यानी कि बिकॉज ऑफ लूनर इक्लिप्स, लूनर इक्लिप्स करके की हो रहा जी, क्योंकि ਜਿਹੜੀ ਲਾਈਟ ਸਿੱਧੀ ਜਾ ਰਹੀ ਸੀਗੀ ਉਹਦੇ ਮੂਨ ਦੇ ਸਰਫੇਸ ਤੋਂ ਨਹੀਂ ਜਾ ਪਾ ਰਹੀ, ਅਰਥ ਨੇ ਬਲੌਕ ਕਰਤੀ। ਅਰਥ ਦੀ ਐਟਮੋਸਫੇਅਰ ਤੋਂ ਹੁੰਦੀ ਹੋਈ ਕੁਝ ਲਾਈਟ ਜਾ ਕੇ ਮੂਨ ਦੇ ਸਰਫੇਸ ਤੇ ਜਾ ਰਹੀ ਹੈ। ਹੁਣ ਜਦੋਂ ਆਪਾਂ ਅਰਥ ਦੀ ਐਟਮੋਸਫੇਅਰ ਤੋਂ ਲਾਈਟ ਨੂੰ ਭੇਜ ਰਹੇ ਹਾਂ ਤਾਂ ਉੱਥੇ ਬਹੁਤ ਸਾਰੀ ਤੁਸੀਂ ਕਰੋਗੇ ਸਕੈਟਰਿੰਗ ਵੀ ਹੋਣ ਵਾਲੀ ਹੈ, ਰਾਈਟ। ਤਾਂ ਜਿਹੜੀ ਸਨਲਾਈਟ ਆ ਰਹੀ ਹੈ ਸਕੈਟਰ ਹੋਣੀ ਸ਼ੁਰੂ ਹੋ ਜੂਗੀ। ਜਿਹੜੀ ਪਿੱਛੇ ਲਾਈਟ ਬਚੂਗੀ, ਜਦ ਆਪਾਂ ਵਿਜ਼ੀਬਲ ਸਪੈਕਟਰਮ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜੀ ਲੌਂਗਰ ਵੇਵਲੈਂਥ ਵਾਲੀ ਲਾਈਟਸ ਹੁੰਦੀਆਂ ਘੱਟ ਸਕੈਟਰ ਹੁੰਦੀਆਂ। ਤਾਂ ਹੀ ਆਪਾਂ ਕਹਿੰਦੇ ਹਾਂ ਕਿ ਸਿਗਨਲਸ ਦੇ ਵਿੱਚ ਜਿਹੜਾ ਕਲਰ ਹੁੰਦਾ ਹੈ ਅਮੂਮਨ ਜਿਹੜਾ ਡੇਂਜਰ ਕਲਰ ਹੁੰਦਾ ਉਹ ਰੈੱਡ ਕਲਰ ਹੁੰਦਾ, ਕਿ ਤਾਂ ਕਿ ਦੂਰ ਤੋਂ ਦਿਖ ਜੇ ਉਹ। ਤਾਂ ਹੁਣ ਕੀ ਹੋਊਗਾ, ਬਾਕੀ ਸਾਰੇ ਕਲਰ ਜਿੰਨੇ ਹੈਗੇ ਆ ਸਕੈਟਰ ਹੋ ਜਾਣਗੇ। ਜਿਹੜੇ ਰੈੱਡ ਕਲਰ ਹੋਊਗਾ, ਰੈੱਡ ਕਲਰ ਦੀ ਵੇਵਲੈਂਥ ਮੂਨ ਤੱਕ ਪਹੁੰਚ ਜੂਗੀ। ਤਾਂ ਹੁਣ ਮੂਨ ਤੇ ਨਾ ਪ੍ਰੋਪਰ ਸਨਲਾਈਟ ਨਹੀਂ ਜਾ ਰਹੀ ਹੈਗੀ, ਪਰ ਹੁਣ ਰੈੱਡ ਕਲਰ ਜਾ ਰਿਹਾ ਜੋ ਅਰਥ ਦੇ ਐਟਮੋਸਫੇਅਰ ਤੋਂ ਹੋ ਕੇ ਗੁਜ਼ਰ ਚੁੱਕਿਆ ਜੀ। ਤਾਂ ਕਰਕੇ ਆਪਾਂ ਨੂੰ ਨਾ ਕੁਝ ਮੂਨ ਰੈੱਡ ਕਲਰ ਦਾ ਦਿਖ ਰਿਹਾ, ਜਿਹਨੂੰ ਆਪਾਂ ਰੈੱਡ ਮੂਨ ਵੀ ਕਹਿੰਦੇ ਆ ਜਾਂ ਫਿਰ ਇਹਨੂੰ ਬਲੱਡ ਮੂਨ ਵੀ ਕਹਿੰਦੇ ਆ ਜੀ। ਤਾਂ ਆਪਾਂ ਜਦੋਂ ਮੈਚ ਕਰਨ ਬੈਠੇ ਤਾਂ ਵੀ ਰਿਅਲਾਈਜ਼ ਕਿ ਨਨ ਆਫ ਦ ਆਪਸ਼ਨਸ ਆਰ ਕਰੈਕਟਲੀ ਮੈਚਡ। ਨੈਕਸਟ, consider the following statements about types of tides। tides ਕਿਹੜੀ ਕਿਹੜੀ ਟਾਈਪ ਦੀਆਂ ਹੋਣੀਆਂ? ਸੈਮੀ ਡਾਇਰਨਲ, ਡਾਇਰਨਲ ਐਂਡ ਮਿਕਸਡ। तो इससे देखते हैं। semi diurnal tides involve two high tides and two low tides of similar height each day। all right, second statement पढ़ते हैं। diurnal tides feature only one high tide and one low tide per day। mixed tides have two high tides and two low tides each day but with different heights। ਹੁਣ ਆਪਾਂ ਸਿੰਪਲ ਗੱਲ ਕਰਦੇ ਹਾਂ ਕਿ ਹਾਈ ਟਾਈਡ ਲੋ ਟਾਈਡ ਕੀ ਹੁੰਦੀ ਹੈ। ਪਹਿਲਾਂ ਵੀ ਆਪਾਂ ਫਸਟ ਕੁਐਸਚਨ ਦੇ ਵਿੱਚ ਵੀ ਥੋੜਾ ਜ਼ਿਕਰ ਕੀਤਾ ਸੀ, ਦੁਬਾਰਾ ਨੂੰ ਕੰਟੀਨਿਊ ਕਰਦੇ ਹਾਂ ਕਿ ਆਪਾਂ ਕਹਿ ਰਹੇ ਹਾਂ ਕਿ ਲੈਟਸ ਸੇ ਜਿਹੜੀ ਟਾਈਡਸ ਜਿਹੜੀ ਹੁੰਦੀ ਹੈ ਨਾ ਮੇਜਰਲੀ ਉਹ ਹੁੰਦੀ ਹੈ ਬਿਕੋਜ਼ ਆਫ ਮੂਨ, ਕਿਉਂਕਿ ਸਨ ਦਾ ਇਨਫਲੂਐਂਸ ਉਹਨਾਂ ਜ਼ਿਆਦਾ ਨਹੀਂ ਹੋ ਪਾਉਂਦਾ। ਤਾਂ ਆਪਾਂ ਉਰੇ ਗੱਲ ਕਰ ਰਹੇ ਹਾਂ, ਲੈਟਸ ਸੇ ਵੀ ਹੈਵ ਅ ਮੂਨ ਓਵਰ ਹੇਅਰ, ਦਿਸ ਇਜ਼ ਅਰਥ ਐਂਡ ਦਿਸ ਇਜ਼ ਮੂਨ। ਮੂਨ ਕੀ ਕਰੂਗਾ? ਮੂਨ ਵਿਲ apply या exert gravitational influence on this side। we will have a high tide over here and then moon and earth system, अगर मैं इसको सिंगल सिस्टम मान लेना जी, ਉਹਦੇ ਨਾਲ ਕੀ ਹੋਣ ਵਾਲਾ ਹੈ? ਉਹਦੇ ਨਾਲ ਹੋਣ ਵਾਲਾ ਹੈ ਕਿ ਇਹਨਾਂ ਦਾ ਇੱਕ ਕਾਮਨ ਸੈਂਟਰ ਆਫ ਮਾਸ ਹੋਣ ਵਾਲਾ ਹੈ ਜੋ ਕਿ ਅਰਥ ਦੇ ਸਰਫੇਸ ਦੇ ਅੰਦਰ ਹੀ ਹੋਊਗਾ। ਉਹਦੇ ਕਰਕੇ ਸਿੰਸ ਦੇ ਆਰ ਰੋਟੇਟਿੰਗ, ਉਹਦੇ ਕਰਕੇ ਕੀ ਹੋਣਾ ਹੈ? ਉਹਦੇ ਕਰਕੇ ਹੋਣਾ ਹੈ ਕਿ ਇੱਕ ਉਰੇ ਵੀ ਬਲਜ ਬਣ ਜਾਣਾ ਹੈ। ਤਾਂ ਦਿਸ ਇਜ਼ ਹਾਈ ਟਾਈਡ ਐਂਡ ਦਿਸ ਇਜ਼ ਆਲਸੋ ਹਾਈ ਟਾਈਡ। whereas ਉਰੇ ਕੀ ਹੋਊਗਾ? ਲੋ ਟਾਈਡ। ਉਰੇ ਕੀ ਹੋਊਗਾ? ਲੋ ਟਾਈਡ। ਤਾਂ ਅਰਥ ਨੇ ਤਾਂ ਰੋਟੇਟ ਕਰਨਾ ਹੀ ਹੈ, ਰਾਈਟ। ਅਰਥ ਨੇ ਰੋਟੇਟ ਕਰਨਾ ਹੀ ਹੈ। ਤਾਂ ਯੂ ਵਿਲ ਸੀ ਕਿ ਜੇ ਆਪਾਂ 24 ਘੰਟੇ ਬਣਾਈਏ ਐਂਡ ਪਲੱਸ ਕਿ ਆਪਾਂ ਇਸ ਫੈਕਟ ਨੂੰ ਵੀ ਕੰਸੀਡਰ ਕਰ ਲਈਏ ਕਿ ਮੂਨ ਵੀ ਰਿਵੋਲਵ ਕਰੇ ਰਿਹਾ, ਮੂਨ ਵੀ ਤਾਂ ਅੱਗੇ ਚੱਲ ਹੀ ਰਿਹਾ, ਠੀਕ ਹੈ। ਉਸ ਨੂੰ ਵੀ ਆਪਾਂ 10th ਕੁਐਸਚਨ ਦੇ ਵਿੱਚ ਕਰਾਂਗੇ। ਤਾਂ ਯੂ ਵਿਲ ਹੈਵ ਪਲੇਸਿਸ ਜਨਰਲੀ ਸਪੀਕਿੰਗ ਜਿੱਥੇ ਤੁਹਾਨੂੰ ਲੱਗੂਗਾ ਕਿ ਦਿਨ 'ਚ 2 ਵਾਰ ਉਰੇ ਹਾਈ ਟਾਈਡ ਆਉਣੀ ਚਾਹੀਦੀ ਹੈ, 2 ਵਾਰ ਉਰੇ ਲੋ ਟਾਈਡ ਆਉਣੀ ਚਾਹੀਦੀ ਕਿਉਂਕਿ ਅਰਥ ਘੁੰਮ ਰਹੀ ਹੈ। ਤਾਂ ਉਹ ਪ੍ਰੋਪਰ ਹੋ ਗਏ ਤੁਹਾਡੇ ਸੈਮੀ ਡਾਇਰਨਲ, ਜਿੱਥੇ ਵਿਚ ਇਨਵੋਲਵਸ 2 ਹਾਈ ਟਾਈਡਸ ਐਂਡ 2 ਲੋ ਟਾਈਡਸ ਆਫ ਸਿਮਿਲਰ ਹਾਈਟ। ਤੁਹਾਨੂੰ ਲੱਗ ਰਿਹਾ ਸਾਈਡ ਵੀ ਸੇਮ ਹੀ ਹੋਣੀ ਚਾਹੀਦੀ ਹੈ ਕਿਉਂਕਿ ਇੰਨਾ ਤਾਂ ਹੈ ਨਹੀਂ ਕਿ ਇੱਕੋ ਵਾਰ ਦੇ ਵਿੱਚ ਅਰਥ ਤੇ ਮੂਨ ਦੇ ਵਿੱਚ ਜਿਹੜਾ ਡਿਸਟੈਂਸ ਹੈ ਵੱਧ ਗਿਆ ਜਾਂ ਘਟ ਗਿਆ। ਤਾਂ ਜਿਹੜੇ ਕਾਮਨ ਤੁਹਾਨੂੰ ਧਿਆਨ ਚ ਆਉਂਦੀ ਹੈ ਕਿ ਲਹਿਰਾਂ ਕਿਵੇਂ ਆ ਰਹੀਆਂ, ਟਾਈਡਸ ਕਿੱਦਾਂ ਆ ਰਹੀਆਂ, ਤਾਂ ਦੈਟ ਇਜ਼ ਦਿਸ ਸਟੇਟਮੈਂਟ ਸੈਮੀ ਡਾਇਰਨਲ। then comes diurnal। diurnal features only one high tide and one low tide per day। यानी कि diurnal tides कुछ उस places ਤੇ ਆਉਂਦੀਆਂ ਜਿੱਥੇ
ਸਿੰਗਲ ਹਾਈ ਟਾਈਡ ਹੈ ਤੇ ਸਿੰਗਲ ਲੋ ਟਾਈਡ ਹੈ, ਦੋ ਨਹੀਂ ਆ ਰਹੀਆਂ ਉੱਥੇ। ਕਿਉਂ? ਕਿਉਂਕਿ ਉੱਥੇ ਦੀ ਨਾ ਜੋਗਰਾਫੀ ਐਸੀ ਹੈ, ਟੋਪੋਗ੍ਰਾਫੀ ਐਸੀ ਹੈ ਕਿ ਉਹ ਸਿਰਫ ਇੱਕ ਹਾਈ ਟਾਈਡ ਅਲਾਉ ਕਰ ਰਹੀ ਹੈ ਤੇ ਇੱਕ ਲੋ ਟਾਈਡ ਅਲਾਉ ਕਰ ਰਹੀ ਹੈ। ਦੈਨ ਮਿਕਸ ਟਾਈਡਸ ਦੇ ਵਿੱਚ ਕੀ ਹੁੰਦਾ, ਸੈਮੀ ਡਾਇਰਨਲ ਦਾ ਹੀ ਪਾਰਟ ਹੈ ਜਿੱਥੇ ਹਾਈ ਟਾਈਡ, ਪਹਿਲੀ ਹਾਈ ਟਾਈਡ ਦੀ ਹਾਈਟ ਅਲੱਗ ਹੋਗੀ, ਦੂਜੀ ਦੀ ਹਾਈਟ ਅਲੱਗ ਹੋਣ ਵਾਲੀ, ਜਾਂ ਫਿਰ ਪਹਿਲੀ ਲੋ ਟਾਈਡ ਦੀ ਹਾਈਟ ਅਲੱਗ ਹੋਗੀ, ਦੂਜੀ ਲੋ ਟਾਈਡ ਦੀ ਅਲੱਗ ਹਾਈਟ ਹੋਣ ਵਾਲੀ। ਤਾਂ ਇਹ ਵੀ ਜੋਗ੍ਰਾਫਿਕਲੀ ਡਿਕਟੇਟਡ ਹੁੰਦੀਆਂ ਜੀ। ਤਾਂ the right answer in this case is 1, 2 and 3. Next, consider the following statements about tidal locking. A very important concept. Tidal locking occurs when satellite's rotation period matches its orbital period around the parent body, resulting in same hemisphere facing the parent as with Earth's moon. Tidal locking ਕੀ ਹੁੰਦਾ ਹੈ? Tidal locking ਹੁੰਦਾ ਹੈ ਕਿ let's say ਇੱਕ parent body ਹੈ, a bigger body, and then we have a small body which is revolving around that parent body. ਹੁਣ ਆਪਾਂ ਇਹ ਦੇਖ ਰਹੇ ਹਾਂ ਕਿ ਅਰਥ ਵੀ ਰੋਟੇਟ ਕਰਦੀ ਹੈ, ਮੂਨ ਵੀ ਰੋਟੇਟ ਕਰਦਾ, ਸਾਰੇ ਪਲੈਨਟਸ ਰੋਟੇਟ ਵੀ ਕਰ ਰਹੇ ਹਨ, ਦੇ ਆਰ ਆਲਸੋ ਰਿਵੋਲਵਿੰਗ ਐਟ ਦ ਸੇਮ ਟਾਈਮ। ਬਟ ਰੋਟੇਸ਼ਨ ਤੇ ਰੈਵੋਲੂਸ਼ਨ ਦਾ ਜਿਹੜਾ ਟਾਈਮ ਪੀਰੀਅਡ, ਆਰਬਿਟਲ ਦਾ ਟਾਈਮ ਪੀਰੀਅਡ, ਉਹ ਅਲੱਗ-ਅਲੱਗ ਹੈ। ਅਰਥ 24 ਆਵਰਸ ਦੇ ਵਿੱਚ ਰੋਟੇਟ ਕਰ ਰਹੀ ਹੈ ਅਪਰੋਕਸੀਮੇਟਲੀ, ਐਂਡ ਇਟ ਟੇਕਸ 365 ਪੁਆਇੰਟ ਸਮਥਿੰਗ ਡੇਜ਼ ਟੂ ਕਵਰ ਇਟਸ ਰੈਵੋਲੂਸ਼ਨ ਜਾਂ ਆਰਬਿਟਲ ਮੋਸ਼ਨ। ਬਟ ਜਿਹੜਾ ਮੂਨ ਹੈ, ਮੂਨ ਦੇ ਕੇਸ ਵਿੱਚ ਮੂਨ ਰੋਟੇਟ ਵੀ ਓਨੇ ਟਾਈਮ ਦੇ ਵਿੱਚ ਹੀ ਕਰ ਰਿਹਾ ਤੇ ਓਨੇ ਟਾਈਮ ਦੇ ਵਿੱਚ ਹੀ ਰਿਵੋਲਵ ਕਰ ਰਿਹਾ। ਦੁਬਾਰਾ, ਮੂਨ ਰੋਟੇਟ ਵੀ ਓਨੇ ਟਾਈਮ ਦੇ ਵਿੱਚ ਕਰ ਰਿਹਾ ਔਨ ਇਟਸ ਐਕਸਿਸ, ਐਂਡ ਦੈਨ ਐਟ ਦ ਸੇਮ ਟਾਈਮ ਉਸੇ ਟਾਈਮ ਦੇ ਵਿੱਚ ਉਹ ਰਿਵੋਲਵ ਵੀ ਕਰ ਪਾ ਰਿਹਾ। ਤਾਂ ਇਵੈਂਚੁਅਲੀ ਹੋ ਕੀ ਰਿਹਾ ਹੈ? ਇਵੈਂਚੁਅਲੀ ਉਹਦਾ ਸਿਰਫ ਇੱਕ ਫੇਜ਼ ਹੀ ਦਿਖ ਰਿਹਾ ਹੈ ਅਰਥ ਨੂੰ। ਦਿਸ ਇਜ਼ ਟਾਈਡਲ ਲੌਕਿੰਗ। ਦਿਸ ਇਜ਼ ਟਾਈਡਲ ਲੌਕਿੰਗ। ਅਪਰੋਕਸੀਮੇਟਲੀ 27 ਡੇਜ਼ ਦੇ ਵਿੱਚ ਹੀ ਉਹ ਰੋਟੇਟ ਕਰਦਾ ਆਪਣੀ ਐਕਸਿਸ ਤੇ ਅਪਰੋਕਸੀਮੇਟਲੀ ਉਹਨੇ ਦਿਨਾਂ ਦੇ ਵਿੱਚ ਹੀ ਉਹ ਅਰਥ ਦੇ ਅਰਾਊਂਡ ਰੈਵੋਲੂਸ਼ਨ ਪੂਰੀ ਕਰਦਾ। ਤਾਂ from earth we can see only one phase of the moon. This concept is known as tidal locking. We can say moon is tidally locked with earth. Earth is tidally locked to moon. Second statement कह रही है जी, मैं हुने की क्या, moon is tidally locked to the earth. Statement 2 उल्टा बोल रही है। Earth is tidally, no, Earth is not tidally locked to the moon, meaning Earth's rotation period equals to the moon's orbital period, causing the same side of Earth to always face the moon. ਇਸ ਸਟੇਟਮੈਂਟ ਵਿੱਚ ਮੂਨ ਨੂੰ ਰਿਪਲੇਸ ਕਰੋ ਅਰਥ ਨਾਲ, ਤਾਂ ਇਹ ਸਟੇਟਮੈਂਟ ਸਹੀ ਹੋਗੀ। तो we are left with only one statement. First statement is correct, statement 2 is incorrect. The right answer is, they are asking incorrect, तो आप कह सकते हैं second statement. So I believe today's session was helpful for you. Thank you very much. We'll meet next time. Stay positive and keep working hard. Thank you.